ਥੈਂਕ ਯੂ ਜੀਸਸ, ਥੈਂਕ ਯੂ ਜੀਸਸ। ਪ੍ਰੇਜ਼ ਦਾ ਲਾਰਡ। ਸਾਰਿਆਂ ਨੂੰ ਜੈ ਮਸੀਹ ਦੀ। ਮੈਂ ਬ੍ਰਦਰ ਵਿਸ਼ਾਲ ਯਿਸੂ ਮਸੀਹ ਦੇ ਨਾਮ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਇਸ ਬਾਈਬਲ ਸਟੱਡੀ ਦੇ ਵਿੱਚ। ਅਤੇ ਅੱਜ ਆਪਾਂ ਮੱਤੀ ਦੀ ਅੰਜੀਲ ਉਸ ਦਾ ਅਧਿਆਇ 5 ਵਚਨ 33 ਤੋਂ ਲੈ ਕੇ 37 ਤੱਕ ਦੇਖਾਂਗੇ। ਅਤੇ ਅੱਜ ਦਾ ਜਿਹੜਾ ਵਿਸ਼ੇ ਹੈ ਉਹ ਹੈ ਕਿ ਇੱਕ ਮਸੀਹੀ ਸਹੁੰ ਖਾ ਸਕਦਾ ਆ, ਕਿ ਇੱਕ ਮਸੀਹੀ ਕਸਮ ਜਾਂ ਸ਼ਪਥ ਖਾ ਸਕਦਾ ਆ। ਸੋ ਅਸੀਂ ਪੜਾਂਗੇ ਮੱਤੀ ਦੀ ਅੰਜੀਲ ਉਸ ਦਾ ਅਧਿਆਇ 5 ਵਚਨ 33 ਤੋਂ ਲੈ ਕੇ 37 ਤੱਕ। The book of Matthew chapter 5 verse 33 to 37। ਫਿਰ ਤੁਸੀਂ ਸੁਣਿਆ ਹੈ ਹਾਂਜੀ, ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀ, ਭਾਈ ਤੂੰ ਝੂਠੀ ਸਹੁੰ ਨਾ ਖਾ, ਪਰ ਪ੍ਰਭੂ ਦੇ ਲਈ ਆਪਣੀਆਂ ਸਹੁੰਆਂ ਪੂਰੀਆਂ ਕਰ। ਆਮੀਨ। ਸੋ ਇੱਥੇ ਯਿਸੂ ਮਸੀਹ ਜਿਵੇਂ ਕਿ ਅਸੀਂ ਦੇਖਦੇ ਆ ਰਹੇ ਹਾਂ ਕਿ ਯਿਸੂ ਮਸੀਹ ਵਾਰ-ਵਾਰ ਇਸ ਗੱਲ ਦੇ ਉੱਤੇ ਜ਼ੋਰ ਦੇ ਰਿਹਾ ਹੈ ਕਿ ਇੱਦਾਂ ਕਿਹਾ ਗਿਆ ਸੀ ਪਰ ਮੈਂ ਇੱਦਾਂ ਕਹਿੰਦਾ ਹਾਂ। ਸੋ ਇਹ ਚੌਥੀ ਵਾਰੀ ਆ ਜਦੋਂ ਯਿਸੂ ਮਸੀਹ ਫਿਰ ਤੋਂ ਇੱਕ ਗੱਲ ਨੂੰ ਲੈ ਕੇ ਆਉਂਦਾ ਆ ਕਿ ਇੱਦਾਂ ਕਿਹਾ ਗਿਆ ਸੀ ਪਰ ਮੈਂ ਇੱਦਾਂ ਕਹਿੰਦਾ ਆ। ਅਤੇ ਯਿਸੂ ਮਸੀਹ ਨੇ ਉੱਪਰਲੇ ਵਚਨਾਂ 'ਚ ਕਿਹਾ ਸੀ ਕਿ ਇੱਦਾਂ ਕਿਹਾ ਗਿਆ ਸੀ ਕਿ ਤੂੰ ਕਤਲ ਨਾ ਕਰ, ਪਰ ਮੈਂ ਕਹਿੰਦਾ ਕਿ ਜਿਹੜਾ ਕੋਈ ਕ੍ਰੋਧ ਕਰਦਾ ਉਹ ਵੀ ਕਤਲ ਦੇ ਬਰਾਬਰ ਉਸ ਦੀ ਸਜ਼ਾ ਆ। ਫਿਰ ਯਿਸੂ ਮਸੀਹ ਕਹਿੰਦਾ ਕਿ ਇੱਦਾਂ ਕਿਹਾ ਗਿਆ ਸੀ ਕਿ ਤੂੰ ਵਿਭਚਾਰ ਨਾ ਕਰ, ਪਰ ਜਿਹੜਾ ਕੋਈ ਇਸਤਰੀ ਨੂੰ ਬੁਰੀ ਨਜ਼ਰ ਦੇ ਨਾਲ ਦੇਖਦਾ ਉਹ ਆਪਣੇ ਮਨ 'ਚ ਵਿਭਚਾਰ ਕਰ ਚੁੱਕਾ ਆ। ਫਿਰ ਯਿਸੂ ਮਸੀਹ ਤੀਸਰੇ ਨੰਬਰ ਦੇ ਉੱਤੇ ਆਇਆ ਤੇ ਕਹਿੰਦਾ ਕਿ ਕਿਹਾ ਗਿਆ ਸੀਗਾ ਕਿ ਤੂੰ ਆਪਣੀ ਪਤਨੀ ਨੂੰ ਜਦੋਂ ਤਲਾਕ ਦੇਣਾ ਆ, ਆਪਣੀ ਤੀਵੀਂ ਨੂੰ ਤਲਾਕ ਦੇਣਾ, ਤਾਂ ਉਸਨੂੰ ਡਿਵੋਰਸਨਾਮਾ ਲਿਖ ਕੇ ਦੇਈ, ਪਰ ਮੈਂ ਕਹਿੰਦਾ ਕਿ ਵਿਭਚਾਰ ਤੋਂ ਛੁੱਟ ਤੂੰ ਕਿਸੇ ਹੋਰ ਕਾਰਨ ਤੋਂ ਤਲਾਕ ਨਹੀਂ ਦੇ ਸਕਦਾ। ਸੋ ਇੱਥੇ ਚੌਥੀ ਚੀਜ਼ ਦੇ ਉੱਤੇ ਯਿਸੂ ਮਸੀਹ ਆਉਂਦੇ ਆ ਅਤੇ ਕਹਿੰਦੇ ਇੱਦਾਂ ਕਿਹਾ ਗਿਆ ਸੀ ਕਿ ਤੂੰ ਝੂਠੀ ਸਹੁੰ ਨਾ ਖਾਵੀਂ, ਪਰ ਪ੍ਰਭੂ ਦੇ ਲਈ ਆਪਣੀਆਂ ਸਹੁੰਆਂ ਨੂੰ ਪੂਰਿਆ ਕਰੇ। ਹਾਲੇਲੂਇਆ। ਸੋ ਇਹ ਚੌਥੀ ਚੀਜ਼ ਆ। ਤੇ ਯਿਸੂ ਮਸੀਹ ਦਾ ਇੱਥੇ ਮੈਂ ਜਿਹੜਾ ਮੇਨ ਮੁੱਖ ਪੁਆਇੰਟ ਆ ਉਹ ਇਹ ਆ, ਯਿਸੂ ਮਸੀਹ ਕਹਿ ਰਿਹਾ ਕਿ ਮੈਂ ਸ਼ਰ੍ਹਾਂ ਅਤੇ ਨਬੀਆਂ ਨੂੰ ਖੰਡਣ ਨਹੀਂ, ਪਰ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਇਆ, ਉਹਨਾਂ ਨੂੰ ਫੁੱਲਫਿਲ ਕਰਨ ਦੇ ਲਈ ਆਇਆ। ਸੋ ਯਿਸੂ ਮਸੀਹ ਜਦੋਂ ਇੱਥੇ ਕਹਿ ਰਿਹਾ ਕਿ ਇੱਦਾਂ ਕਿਹਾ ਗਿਆ ਸੀਗਾ ਕਿ ਤੂੰ ਝੂਠੀ ਸਹੁੰ ਨਾ ਖਾਈ ਪਰ ਆਪਣੀਆਂ ਸਹੁੰਆਂ ਨੂੰ ਪਰਮੇਸ਼ਰ ਦੇ ਲਈ ਪੂਰਾ ਕਰੀ, ਤਾਂ ਯਿਸੂ ਮਸੀਹ ਕਿੱਥੋਂ ਕੋਟ ਕਰ ਰਿਹਾ? ਅਸੀਂ ਪੜਾਂਗੇ ਲੇਵੀ ਵਿਵਸਥਾ ਦੀ ਪੁਸਤਕ, ਲੇਵੀਆਂ ਦੀ ਪੁਸਤਕ ਉਸ ਦਾ ਅਧਿਆਇ 19 ਵਚਨ 12 ਤੋਂ। ਅਤੇ ਤੁਸੀਂ ਮੇਰਾ ਨਾਮ ਲੈ ਕੇ ਹਾਂਜੀ, ਝੂਠੀ ਸਹੁੰ ਨਾ ਚੁੱਕਣੀ, ਨਾ ਆਪਣੇ ਪਰਮੇਸ਼ਰ ਦਾ ਨਾਮ ਬਦਨਾਮ ਕਰਨਾ, ਮੈਂ ਯਹੋਵਾ ਹਾਂ। ਆਮੀਨ। ਅਤੇ ਨਾਲ ਦੀ ਨਾਲ ਅਸੀਂ ਪੜਾਂਗੇ ਗਿਣਤੀ ਦੀ ਪੁਸਤਕ ਉਸ ਦਾ ਅਧਿਆਇ 30 ਵਚਨ 2 ਤੋਂ। ਜਦ ਕੋਈ ਮਨੁੱਖ ਯਹੋਵਾ ਲਈ ਸੁਖਣਾ ਸੁਖੇ ਅਥਵਾ ਸਹੁੰ ਖਾਵੇ ਅਤੇ ਆਪਣੇ ਜਿਉ ਨੂੰ ਉਸ ਗੱਲ ਉੱਤੇ ਬੰਨ੍ਹ ਲਵੇ, ਤਾਂ ਉਹ ਆਪਣਾ ਬਚਨ ਨਾ ਤੋੜੇ, ਪਰ ਜੋ ਕੁਝ ਉਸ ਦੇ ਮੂੰਹ ਤੋਂ ਨਿਕਲਦਾ ਹੈ ਉਹ ਉਸ ਨੂੰ ਪੂਰਾ ਕਰੇ। ਆਮੀਨ। ਸੋ ਬਾਈਬਲ ਦੇ ਵਿੱਚ ਜਿਹੜੀ ਆ ਪੁਰਾਣੇ ਨੇਮ ਦੇ ਵਿੱਚ ਸਹੁੰ ਖਾਣੀ ਜਿਹੜੀ ਆ ਉਹ ਸ਼ੁਰੂ ਤੋਂ ਲੋਕੀ ਸਹੁੰ ਖਾਂਦੇ ਆਏ ਪਰਮੇਸ਼ਰ ਦੇ ਨਾਮ ਦੇ ਉੱਤੇ। ਤਾਂ ਜਿਹੜੀ ਸਹੁੰ ਪੁਰਾਣੇ ਨੇਮ ਦੇ ਵਿੱਚ ਅਸੀਂ ਵਾਰ-ਵਾਰ ਦੇਖਦੇ ਹਾਂ। ਅਸੀਂ ਜਦੋਂ ਏਲੀਆ ਤੇ ਅਲੀਸ਼ਾ ਨੂੰ ਦੇਖਦੇ ਹਾਂ, ਅਲੀਸ਼ਾ ਕਹਿੰਦਾ ਕਿ ਜਿਉਂਦੇ ਯਹੋਵਾ ਦੀ ਸਹੁੰ ਮੈਂ ਤੈਨੂੰ ਨਹੀਂ ਛੱਡਾਂਗਾ। ਅਸੀਂ ਦੇਖਦੇ ਹਾਂ ਕਿ ਮਨੁੱਖ ਆਪਸ ਦੇ ਵਿੱਚ ਸਹੁੰ ਖਾਂਦੇ ਸੀਗੇ ਅਤੇ ਇੱਕ ਵਾਚਾ ਬੰਨ੍ਹਦੇ ਸੀਗੇ, ਪ੍ਰੋਮਿਸ ਕਰਦੇ ਸੀਗੇ। ਜਿੱਦਾਂ ਕਿ ਅਸੀਂ ਉਤਪੱਤੀ ਦੀ ਪੁਸਤਕ ਦੇ ਵਿੱਚ ਇਸਹਾਕ ਨੂੰ, ਯਾਕੂਬ ਨੂੰ, ਉਸ ਤੋਂ ਬਾਅਦ ਦੇ ਵਿੱਚ ਕਈ ਪਰਮੇਸ਼ਰ ਦੇ ਵਿਸ਼ਵਾਸ ਯੋਗੇ ਲੋਕਾਂ ਨੂੰ ਸਹੁੰ ਖਾਂਦਾ ਦੇਖਦੇ ਹਾਂ ਕਿ ਉਹਨਾਂ ਨੇ ਬਾਈਬਲ ਦੇ ਵਿੱਚ ਸਹੁੰ ਖਾਧੀ ਆ। ਅਤੇ ਬਾਈਬਲ ਦੇ ਵਿੱਚ ਇੱਥੋਂ ਤੱਕ ਜਿੱਦਾਂ ਕਿ ਅਸੀਂ ਪੜ੍ਹਿਆ, ਲਿਖਿਆ ਗਿਆ ਕਿ ਜਦੋਂ ਤੂੰ ਸਹੁੰ ਖਾਵੇਂ ਤਾਂ ਉਸ ਨੂੰ ਪੂਰਾ ਕਰੀ, ਆਪਣੇ ਵਚਨ ਨੂੰ ਨਾ ਤੋੜੀ। ਅਤੇ ਇਹ ਵਚਨ ਇਹ ਤੀਸਰੀ ਆਗਿਆ ਦੇ ਨਾਲ ਜੁੜਦਾ ਆ ਜਾ ਕੇ। ਜਦੋਂ ਅਸੀਂ ਪੁਰਾਣੇ ਨੇਮ ਦੇ ਵਿੱਚ ਪੜ੍ਹਦੇ ਹਾਂ ਕੂਚ ਦੀ ਕਿਤਾਬ ਉਸ ਦਾ ਅਧਿਆਇ 20 ਦੇ ਵਿੱਚ ਪਰਮੇਸ਼ਰ ਨੇ ਇਹ ਗੱਲ ਕਹੀ ਕਿ ਤੂੰ ਆਪਣੇ ਪਰਮੇਸ਼ਰ ਯਹੋਵਾ ਦਾ ਨਾਮ ਵਿਅਰਥ ਵਿੱਚ ਨਾ ਲਵੀਂ, ਕਿ ਤੂੰ ਪਰਮੇਸ਼ਰ ਦੇ ਨਾਮ ਨੂੰ ਝੂਠਾ ਇਸਤੇਮਾਲ ਨਾ ਕਰੀ ਜਿਹੜਾ ਸਹੁੰ ਦੇ ਨਾਲ ਵੀ ਜੁੜਦਾ ਆ। ਸੋ ਅਸੀਂ ਇਸ ਨੂੰ ਫਿਰ ਤੋਂ ਦੁਬਾਰਾ ਤੋਂ ਪੜਾਂਗੇ ਮੱਤੀ ਦੀ ਅੰਜੀਲ ਉਸ ਦਾ ਅਧਿਆਇ 5 ਵਚਨ 33 ਤੋਂ। ਫਿਰ ਤੁਸੀਂ ਸੁਣਿਆ ਹੈ। ਹਾਂ, ਫਿਰ ਯਿਸੂ ਮਸੀਹ ਕਹਿੰਦਾ ਤੁਸੀਂ ਸੁਣਿਆ ਆ, ਕਿਉਂਕਿ ਕੂਚ ਦੀ ਕਿਤਾਬ ਕਹਿੰਦੀ ਆ, ਲੇਵੀਆ ਦੀ ਕਿਤਾਬ ਕਹਿੰਦੀ, ਗਿਣਤੀ ਦੀ ਕਿਤਾਬ ਕਹਿੰਦੀ ਆ, ਜੋ ਅਗਲਿਆਂ ਨੂੰ ਇਹ ਕਿਹਾ ਗਿਆ ਸੀਗਾ ਪੁਰਾਣੇ ਨੇਮ 'ਚ ਇਹ ਕਿਹਾ ਗਿਆ ਸੀ, ਭਾਈ ਤੂੰ ਝੂਠੀ ਸਹੁੰ ਨਾ ਖਾ, ਪਰ ਪ੍ਰਭੂ ਦੇ ਲਈ ਆਪਣੀਆਂ ਸਹੁੰਆਂ ਪੂਰੀਆਂ ਕਰ। ਹਾਂਜੀ, ਪਰ ਮੈਂ ਤੁਹਾਨੂੰ ਆਖਦਾ ਹਾਂ, ਪਰ ਯਿਸੂ ਮਸੀਹ ਕਹਿੰਦਾ ਮੈਂ ਤੁਹਾਨੂੰ ਕਹਿੰਦਾ ਹਾਂ ਭਾਈ
ਕਦੇ ਵੀ ਸਹੁੰ ਨਾ ਖਾਣੀ। ਕਦੇ ਵੀ ਸਹੁੰ ਨਾ ਖਾਣੀ। ਦੇਖੋ ਇੱਥੇ ਬੜੀ ਵਾਰੀ ਮਸੀਹੀਆਂ ਨੂੰ ਕਨਫਿਊਜ਼ਨ ਹੁੰਦੀ ਆ, ਕ੍ਰਿਸਚਨਾਂ ਨੂੰ ਕਨਫਿਊਜ਼ਨ ਹੁੰਦੀ ਆ ਕਿ ਯੀਸ਼ੂ ਮਸੀਹ ਕਹਿੰਦਾ ਹੈ ਕਿ ਪੁਰਾਣਿਆਂ ਨੂੰ ਇਹ ਕਿਹਾ ਗਿਆ ਸੀਗਾ ਕਿ ਤੂੰ ਝੂਠੀ ਸਹੁੰ ਨਾ ਖਾ, ਪਰ ਇੱਥੇ ਯੀਸ਼ੂ ਮਸੀਹ ਆ ਕੇ ਕਹਿੰਦਾ ਆ ਕਿ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਸਹੁੰ ਕਦੀ ਨਾ ਖਾਣੀ। ਸੋ ਇੱਥੇ ਇੱਕ ਚੀਜ਼ ਜਿਹੜੀ ਨਿਕਲ ਕੇ ਆਉਂਦੀ ਆ, ਸੋ ਇਹ ਆ ਕਿ ਯੀਸ਼ੂ ਮਸੀਹ ਪੁਰਾਣੇ ਨੇਮ ਨੂੰ ਕੰਟਰਾਡਿਕਟ ਕਰਦਾ ਪਿਆ ਆ, ਕਿਉਂਕਿ ਪੁਰਾਣੇ ਨੇਮ ਦੇ ਵਿੱਚ ਇਹ ਚੀਜ਼ ਸਪਸ਼ਟ ਆ ਕਿ ਤੁਸੀਂ ਸਹੁੰ ਖਾ ਸਕਦੇ ਹੋ ਅਤੇ ਪਰਮੇਸ਼ਰ ਦੇ ਵਿਸ਼ਵਾਸਯੋਗ ਲੋਕ ਸਹੁੰ ਖਾਂਦੇ ਆਏ ਆ। ਅਤੇ ਪਰ ਯੀਸ਼ੂ ਮਸੀਹ ਇੱਥੇ ਆ ਕੇ ਕਹਿੰਦਾ ਕਿ ਮੈਂ ਤੁਹਾਨੂੰ ਕਹਿੰਦਾ ਆ ਕਿ ਤੁਸੀਂ ਕਦੀ ਸਹੁੰ ਨਾ ਖਾਣੀ। ਸੋ ਕੀ ਯੀਸ਼ੂ ਮਸੀਹ ਪੁਰਾਣੇ ਨੇਮ ਦੇ ਨਾਲ ਕੰਟਰਾਡਿਕਟ ਕਰਦਾ ਪਿਆ ਆ? ਜਿਸ ਦਾ ਆਨਸਰ ਆ ਕਿ ਬਿਲਕੁਲ ਨਹੀਂ। ਯੀਸ਼ੂ ਮਸੀਹ ਪੁਰਾਣੇ ਨੇਮ ਦਾ ਕੰਟਰਾਡਿਕਟ ਨਹੀਂ ਆ, ਜਿੱਦਾਂ ਕਿ ਅਸੀਂ ਉੱਪਰਲੇ ਵਚਨਾਂ ਦੇ ਵਿੱਚ ਦੇਖਦੇ ਹਾਂ। ਯੀਸ਼ੂ ਮਸੀਹ ਉਹਨਾਂ ਨੂੰ ਐਕਸਪਲੇਨ ਕਰਦਾ ਆ ਰਿਹਾ ਆ ਅਤੇ ਸ਼ਾਸਤਰੀਆਂ ਤੇ ਫਰੀਸੀਆਂ ਦੇ ਦੁਆਰਾ, ਯਹੂਦੀ ਰੱਬੀਆਂ ਦੇ ਦੁਆਰਾ ਜਿਹੜੀ ਦਿੱਤੀ ਵੀ ਐਕਸਪਲੇਨੇਸ਼ਨ ਉਹਨੂੰ ਸਹੀ ਕਰਦਾ ਆ ਰਿਹਾ ਆ। ਸੋ ਯੀਸ਼ੂ ਮਸੀਹ ਨੇ ਫਿਰ ਤੋਂ ਮੈਂ ਕਹਿਣਾ ਚਾਹੁੰਦਾ ਕਿ ਉੱਪਰਲੇ ਵਚਨ ਕੀ ਕਹੇ ਸੀ ਕਿ ਮੈਂ ਸ਼ਰ੍ਹਾ, ਇਹ ਨਾ ਸੋਚੋ ਕਿ ਮੈਂ ਸ਼ਰ੍ਹਾ ਅਤੇ ਨਬੀਆਂ ਨੂੰ ਖੰਡਨ ਦੇ ਲਈ ਆਇਆ। ਸੋ ਮੂਸਾ ਦੀਆਂ ਕਿਤਾਬਾਂ, ਲੇਵੀਆ ਦੀ ਕਿਤਾਬ, ਗਿਣਤੀ ਦੀ ਕਿਤਾਬ ਕਿਹਦੇ ਵਿੱਚ ਆਉਂਦੀ ਆ? ਸ਼ਰ੍ਹਾ ਦੇ ਵਿੱਚ, ਮੂਸਾ ਦੀਆਂ 5 ਕਿਤਾਬਾਂ 'ਚ। ਸੋ ਯੀਸ਼ੂ ਮਸੀਹ ਕਹਿੰਦਾ ਕਿ ਮੈਂ ਉਹਨਾਂ ਨੂੰ ਖੰਡਨ ਦੇ ਲਈ ਨਹੀਂ ਆਇਆ, ਮੈਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਆਇਆ। ਸੋ ਜਦੋਂ ਇੱਥੇ ਯੀਸ਼ੂ ਮਸੀਹ ਕਹਿੰਦਾ ਕਿ ਮੈਂ ਤੁਹਾਨੂੰ ਕਹਿੰਦਾ ਆ ਕਿ ਤੁਸੀਂ ਸਹੁੰ ਬਿਲਕੁਲ ਨਾ ਖਾਣੀ, ਯੀਸ਼ੂ ਮਸੀਹ ਇਹ ਨਹੀਂ ਕਹਿ ਰਿਹਾ ਕਿ ਸਹੁੰ ਜਿਹੜੀ ਪੁਰਾਣੇ ਨੇਮ ਨੂੰ ਉਹ ਕੰਟਰਾਡਿਕਟ ਨਹੀਂ ਕਰ ਰਿਹਾ, ਉਸਦਾ ਖੰਡਨ ਨਹੀਂ ਕਰ ਰਿਹਾ, ਕਿਉਂਕਿ ਪੁਰਾਣੇ ਨੇਮ ਦੇ ਵਿੱਚ ਸਹੁੰ ਖਾਂਦੇ ਆਏ ਆ ਲੋਕੀ। ਅਤੇ ਇੱਥੋਂ ਤੱਕ ਅਸੀਂ ਦੇਖਦੇ ਆ ਕਿ ਪੌਲਸ ਦੀਆਂ ਪੱਤਰੀਆਂ ਦੇ ਵਿੱਚ ਪੌਲਸ ਨੇ ਖੁਦ ਪਰਮੇਸ਼ਰ ਨੂੰ ਆਪਣੀ ਗੱਲ ਦੇ ਵਿੱਚ ਲੈ ਕੇ ਆਇਆ, ਜਿਹਨੂੰ ਸਹੁੰ ਖਾਣਾ ਕਹਿੰਦੇ ਆ। ਜਿਵੇਂ ਕਿ ਅਸੀਂ ਦੇਖਦੇ ਰੋਮੀਆਂ ਦੀ ਪੁਸਤਕ ਉਸਦੇ ਅਧਿਆਇ 1 ਦੇ ਵਿੱਚ, ਪਹਿਲਾ ਕਰੰਥੀਆਂ, ਦੂਸਰਾ ਕਰੰਥੀਆਂ ਉਸਦੇ ਅਧਿਆਇ 1 ਵਿੱਚ, ਤੇ ਥੈਸਲੋਨੀਕੀਆਂ ਦੀ ਪਹਿਲੀ ਪੱਤਰੀ ਅਧਿਆਇ 5 ਦੇ ਵਿੱਚ। ਸੋ ਅਸੀਂ ਯੀਸ਼ੂ ਮਸੀਹ ਤੋਂ ਬਾਅਦ ਦੇ ਵਿੱਚ ਵੀ ਦੇਖਦੇ ਹਾਂ ਕਿ ਪੌਲਸ ਵੀ ਸਹੁੰ ਨੂੰ ਵਿੱਚ ਲੈ ਕੇ ਆਉਂਦਾ ਹੈ ਆਪਣੀ ਗੱਲ ਨੂੰ ਸਪਸ਼ਟ ਕਰਨ ਦੇ ਲਈ। ਅਤੇ ਇੱਥੋਂ ਤੱਕ ਕਿ ਬਾਈਬਲ ਦੇ ਵਿੱਚ ਇੱਦਾਂ ਲਿਖਿਆ ਗਿਆ, ਜਦੋਂ ਅਸੀਂ ਇਬਰਾਨੀਆਂ ਦੀ ਪੁਸਤਕ ਦੇ ਵਿੱਚ ਪੜ੍ਹਦੇ ਹਾਂ, ਤਾਂ ਜਦੋਂ ਕੋਈ ਵਿਅਕਤੀ ਸਹੁੰ ਖਾਂਦਾ ਹੈ ਤਾਂ ਉਹ ਆਪਣੇ ਤੋਂ ਵੱਡੇ ਨੂੰ ਵਿੱਚ ਲੈ ਕੇ ਆਉਂਦਾ ਆ। ਅਤੇ ਬਾਈਬਲ ਦੇ ਵਿੱਚ ਪਰਮੇਸ਼ਰ ਨੇ ਖੁਦ ਆਪਣੀ ਸਹੁੰ ਖਾਧੀ ਅਬਰਾਹਮ ਦੇ ਨਾਲ, ਕਿਉਂਕਿ ਉਹਨੇ ਆਪਣੇ ਤੋਂ ਵੱਡਾ ਕਿਸੇ ਨੂੰ ਨਹੀਂ ਸੀ ਦੇਖਿਆ। ਜਦੋਂ ਅਸੀਂ ਇਬਰਾਨੀਆਂ ਦੀ ਪੁਸਤਕ ਅਧਿਆਇ 6 ਦੇ ਵਿੱਚ ਦੇਖਦੇ ਹਾਂ, ਤੋ ਸਹੁੰ ਜਿਹੜੀ ਆ ਬਾਈਬਲ ਦੇ ਵਿੱਚ, ਸਹੁੰ ਖਾਣੀ ਗਲਤ ਨਹੀਂ ਆ, ਸਹੁੰ ਖਾਣੀ ਕੋਈ ਪਾਪ ਨਹੀਂ ਆ, ਕਿਉਂਕਿ ਬਾਈਬਲ ਦੇ ਵਿੱਚ ਪਹਿਲਾਂ ਤੋਂ ਹੀ ਪਰਮੇਸ਼ਰ ਨੇ ਇਸ ਨੂੰ ਅਲਾਉ ਕੀਤਾ। ਵਿਸ਼ਵਾਸਯੋਗ ਲੋਕ ਸਹੁੰ ਖਾਂਦੇ ਸੀਗੇ, ਪਰ ਯੀਸ਼ੂ ਮਸੀਹ ਇੱਥੇ ਸ਼ਾਸਤਰੀਆਂ ਫਰੀਸੀਆਂ ਦੇ ਦੁਆਰਾ, ਉਸ ਟਾਈਮ ਦੇ ਰੱਬੀਆਂ ਦੇ ਦੁਆਰਾ ਦਿੱਤੀ ਗਈ ਐਕਸਪਲੇਨੇਸ਼ਨ ਨੂੰ ਸਪਸ਼ਟ ਕਰ ਰਿਹਾ ਆ। ਕਿਉਂਕਿ ਦੇਖੋ, ਜਦੋਂ ਅਸੀਂ ਅੱਗੇ ਦੇ ਵਚਨ ਹੁਣ ਪੜਾਂਗੇ, ਫਿਰ ਸਾਨੂੰ ਪਤਾ ਲੱਗੇਗਾ ਕਿ ਯੀਸ਼ੂ ਮਸੀਹ ਕਿਸ ਵਿਸ਼ੇ ਦੇ ਵਿੱਚ ਗੱਲ ਕਰਦਾ ਹੈ। ਯੀਸ਼ੂ ਮਸੀਹ ਕਹਿੰਦਾ ਏਦਾਂ ਕਿਹਾ ਗਿਆ ਸੀ ਕਿ ਤੁਸੀਂ ਝੂਠੀ ਸਹੁੰ ਨਾ ਖਾਣੀ, ਪਰ ਪ੍ਰਭੂ ਦੇ ਲਈ ਆਪਣੀਆਂ ਸਹੁੰਆਂ ਨੂੰ ਪੂਰਾ ਕਰਨਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਕਦੀ ਸਹੁੰ ਨਾ ਖਾਣੀ। ਇਸ ਦੀ ਵਜ੍ਹਾ ਕੀ ਆ? ਹਾਂਜੀ, ਨਾ ਆਕਾਸ਼ ਦੀ, ਹੁਣ ਯੀਸ਼ੂ ਮਸੀਹ ਕਹਿੰਦਾ ਨਾ ਆਕਾਸ਼ ਦੀ, ਇਸ ਲਈ ਜੋ ਪਰਮੇਸ਼ਰ ਦਾ ਸਿੰਘਾਸਣ ਹੈ, ਹਾਂਜੀ, ਅਤੇ ਨਾ ਧਰਤੀ ਦੀ, ਇਸ ਲਈ ਜੋ ਉਹ ਉਸ ਦੇ ਚਰਨਾਂ ਦੀ ਚੌਂਕੀ ਹੈ, ਅਤੇ ਨਾ ਯਰੂਸ਼ਲਮ ਦੀ, ਇਸ ਲਈ ਜੋ ਉਹ ਮਹਾਰਾਜ ਦਾ ਸ਼ਹਿਰ ਹੈ, ਅਤੇ ਨਾ ਆਪਣੇ ਸਿਰ ਦੀ ਸਹੁੰ ਖਾ, ਕਿਉਂ ਜੋ ਤੂੰ ਇੱਕ ਵਾਲ ਨੂੰ ਧੋਲਾ ਜਾਂ ਕਾਲਾ ਨਹੀਂ ਕਰ ਸਕਦਾ। ਆਮੀਨ। ਸੋ ਇੱਥੇ ਯੀਸ਼ੂ ਮਸੀਹ ਕਹਿੰਦੇ ਕਿ ਤੂੰ ਸਹੁੰ, ਜਦੋਂ ਯੀਸ਼ੂ ਮਸੀਹ ਕਹਿੰਦੇ ਕਿ ਤੂੰ ਕਿਸੇ ਦੀ ਸਹੁੰ ਨਾ ਖਾਈ, ਤੂੰ ਬਿਲਕੁਲ ਸਹੁੰ ਨਾ ਖਾਈ, ਤਾਂ ਯੀਸ਼ੂ ਮਸੀਹ ਦੇ ਨਜ਼ਰੀਏ ਦੇ ਵਿੱਚ, ਨਜ਼ਰ ਦੇ ਵਿੱਚ ਕਿਹੜੀਆਂ ਚੀਜ਼ਾਂ ਆ? ਸੋ ਇੱਥੇ ਆਉਂਦੀ ਸ਼ਾਸਤਰੀਆਂ ਫਰੀਸੀਆਂ ਦੇ ਦੁਆਰਾ ਇੱਕ ਸ਼ਬਦਾਂ ਦੇ ਨਾਲ ਖੇਲਣ ਦਾ ਤਰੀਕਾ। ਕਿਉਂਕਿ ਸ਼ਾਸਤਰੀ ਫਰੀਸੀ ਜਿਹੜੇ ਸੀਗੇ, ਉਹਨਾਂ ਨੇ ਬਹੁਤ ਸਾਰੇ ਅਲੱਗ-ਅਲੱਗ ਜਿਹੜੇ ਸੀਗੇ ਕਨਸੈਪਟ ਬਣਾ ਲਏ ਸੀਗੇ ਸਹੁੰ ਦੇ ਉੱਤੇ ਵੀ, ਕਿ ਸਹੁੰ ਇਦਾਂ ਖਾ ਸਕਦੇ, ਇਦਾਂ ਨਹੀਂ ਖਾ ਸਕਦੇ, ਐ ਕਰ ਸਕਦੇ, ਚੌਂ ਕਰ ਸਕਦੇ। ਜਦੋਂ ਅਸੀਂ ਪੜ੍ਹਦੇ ਹਾਂ ਮੱਤੀ ਦੀ ਇੰਜੀਲ ਅਧਿਆਇ 23 ਦੇ ਵਿੱਚ, ਤਾਂ ਉੱਥੇ ਯੀਸ਼ੂ ਮਸੀਹ ਕੀ ਕਹਿੰਦਾ ਕਿ ਤੁਸੀਂ ਕਹਿੰਦੇ ਹੋ ਕਿ ਜੇਕਰ ਕੋਈ ਮੰਦਿਰ ਦੀ ਸਹੁੰ ਖਾਂਦਾ ਆ ਤਾਂ ਉਹਦਾ ਕੋਈ ਗੱਲ ਨਹੀਂ, ਪਰ ਜੇ ਕੋਈ ਮੰਦਿਰ ਤੇ ਲੱਗੇ ਹੋਏ ਸੋਨੇ ਦੀ ਸਹੁੰ ਖਾਂਦਾ ਆ ਤਾਂ ਉਸਨੂੰ ਉਹ ਸਹੁੰ ਪੂਰੀ ਕਰਨੀ ਪਊਗੀ। ਕਹਿੰਦਾ ਹੇ ਅੰਨੇ ਅਗੂਓ, ਕਿ ਮੰਦਿਰ ਪਵਿੱਤਰ ਆ ਜਾਂ ਸੋਨਾ ਪਵਿੱਤਰ ਆ? ਸੋਨੇ ਨੂੰ ਕਿਹੜੀ ਚੀਜ਼ ਪਵਿੱਤਰ ਕਰਦੀ ਆ? ਮੰਦਿਰ। ਸੋ ਯੀਸ਼ੂ ਮਸੀਹ ਉਹਨਾਂ ਨੂੰ ਫਿਟਕਾਰ ਲਗਾ ਰਿਹਾ। ਫਿਰ ਕਹਿੰਦਾ ਕਿ ਤੁਸੀਂ ਇਹ ਕਹਿੰਦੇ ਹੋ ਕਿ ਜੇਕਰ ਕੋਈ ਵੇਦੀ ਦੇ ਉੱਤੇ ਵੇਦੀ ਦੀ ਸਹੁੰ ਖਾਂਦਾ ਤਾਂ ਉਹਦੀ ਕੋਈ ਗੱਲ ਨਹੀਂ, ਪਰ ਜੇਕਰ ਕੋਈ ਵੇਦੀ ਦੇ ਉੱਤੇ ਰੱਖੀ ਚੀਜ਼ ਦੀ ਸਹੁੰ ਖਾਂਦਾ ਆ ਤਾਂ ਉਸਨੂੰ ਪੂਰਾ ਕਰਨਾ ਪਵੇਗਾ। ਸੋ ਯੀਸ਼ੂ ਮਸੀਹ ਕਹਿੰਦਾ ਕਿ ਹੇ ਮੂਰਖੋ, ਹੇ ਅੰਨੇ ਅਗੂਓ, ਕਿਹੜੀ ਚੀਜ਼ ਉੱਤਮ ਆ?
ਵੇਦੀ ਜਿਹੜੀ ਭੇਟ ਨੂੰ ਪਵਿੱਤਰ ਕਰਦੀ ਆ ਜਾਂ ਭੇਟ ਆ। ਸੋ ਇਹ ਸ਼ਾਸਤਰੀਆਂ ਫਰੀਸੀਆਂ ਦੇ ਦੁਆਰਾ ਬਹੁਤ ਸਾਰੇ ਝੂਠੇ ਐਕਸਪਲੇਨੇਸ਼ਨ ਦਿੱਤੀਆਂ ਗਈਆਂ ਸੀਗੀਆਂ, ਇੱਕ ਰੀਤੀ ਰਿਵਾਜ ਬਣਾ ਲਏ ਗਏ ਸੀਗੇ ਅਤੇ ਉਹਨਾਂ ਨੇ ਆਪਣੇ ਟ੍ਰੈਡੀਸ਼ਨ, ਆਪਣੇ ਰੀਤੀ ਰਿਵਾਜ ਜੋੜ ਦਿੱਤੇ ਸੀ ਜਿਹੜੇ ਪਰਮੇਸ਼ਰ ਨੂੰ ਬਿਲਕੁਲ ਪਸੰਦ ਨਹੀਂ ਸੀ। ਇਹ ਉਸੇ ਤਰ੍ਹਾਂ ਸੀਗਾ ਜਿਸ ਤਰ੍ਹਾਂ ਹਵਾ ਨੇ ਪਰਮੇਸ਼ਰ ਦੇ ਵਚਨਾਂ ਦੇ ਨਾਲ ਆਪਣੇ ਵਚਨ ਜੋੜ ਦਿੱਤੇ ਸੀਗੇ ਅਤੇ ਇਸ ਤਰ੍ਹਾਂ ਪਰਮੇਸ਼ਰ ਨੂੰ ਉਹਨਾਂ ਚੀਜ਼ਾਂ ਤੋਂ ਘਿਣ ਆਉਂਦੀ ਆ। ਹਵਾ ਨੇ ਕੀ ਕਿਹਾ ਸੀਗਾ? ਪਰਮੇਸ਼ਰ ਨੇ ਕਿਹਾ ਕਿ ਤੂੰ ਜਿਸ ਦਿਨ ਤੁਸੀਂ ਅਦਨ ਦੇ ਬਗੀਚੇ ਦੇ ਜਿਸ ਦਿਨ ਤੁਸੀਂ ਭਲੇ ਅਤੇ ਬੁਰੇ ਦੀ ਪਹਿਚਾਣ ਦੇ ਪੇੜ ਤੋਂ ਖਾਓਗੇ ਉਸ ਦਿਨ ਤੁਸੀਂ ਜ਼ਰੂਰ ਮਰ ਜਾਓਗੇ। ਪਰ ਹਵਾ ਨੇ ਉਸ ਦੇ ਨਾਲ ਸ਼ਬਦਾਂ ਨੂੰ ਜੋੜ ਦਿੱਤਾ, ਕਹਿੰਦੀ ਕਿ ਪਰਮੇਸ਼ਰ ਨੇ ਕਿਹਾ ਜਿਸ ਦਿਨ ਤੁਸੀਂ ਇਸ ਨੂੰ ਹੱਥ ਵੀ ਲਾਓਗੇ ਉਸ ਦਿਨ ਤੁਸੀਂ ਮਰ ਜਾਓਗੇ। ਸੋ ਇਸੇ ਤਰ੍ਹਾਂ ਸ਼ਾਸਤਰੀ ਫਰੀਸੀ ਸੀਗੇ ਜਿਨ੍ਹਾਂ ਨੇ ਆਪਣੇ ਪਰਮੇਸ਼ਰ ਦੇ ਵਚਨਾਂ ਦੇ ਨਾਲ ਆਪਣੇ ਸ਼ਬਦ ਜੋੜ ਦਿੱਤੇ ਸੀਗੇ। ਸੋ ਫੋਰ ਐਗਜ਼ਾਮਪਲ, ਜੇਕਰ ਕਿਸੇ ਦਾ ਅੰਗੂਰਾਂ ਦਾ ਬਗੀਚਾ ਆ ਜਾਂ ਕੋਈ ਚੀਜ਼ ਆ ਲੱਗੀ ਪਈ, ਤਾਂ ਉੱਥੇ ਜਿਹੜਾ ਆ ਜਾਂ ਕਿਸੇ ਦਾ ਕੋਈ ਚੋਰੀ ਹੋ ਜਾਂਦੀ ਆ ਤਾਂ ਉਹ ਕਹਿੰਦੇ ਕਿ ਇਹ ਵਿਅਕਤੀ ਨੇ ਜਿਹਦੀ ਚੋਰੀ ਹੋਈ ਆ, ਉਹ ਬੰਦਾ ਕਹਿੰਦਾ ਕਿ ਫਲਾਣੇ ਵਿਅਕਤੀ ਨੇ ਮੇਰੀ ਚੋਰੀ ਕੀਤੀ ਆ, ਮੈਨੂੰ ਪਤਾ ਆ ਕਿ ਇਸ ਬੰਦੇ ਨੇ ਮੇਰੀ ਚੋਰੀ ਕੀਤੀ ਆ, ਇਸ ਵਿਅਕਤੀ ਨੇ ਮੇਰੀ ਚੋਰੀ ਕੀਤੀ ਆ। ਪਰ ਉਹ ਜਿਹੜਾ ਅੱਗੇ ਉਹ ਬੰਦਾ ਆਉਂਦਾ ਆ ਉਹ ਕਹਿੰਦਾ ਕਿ ਨਹੀਂ, ਮੈਂ ਸਹੁੰ ਖਾਨਾ ਆ, ਮੈਂ ਸ਼ਪਥ ਲੈਣਾ ਆ ਕਿ ਮੈਂ ਇਹ ਚੋਰੀ ਨਹੀਂ ਕੀਤੀ। ਜਦੋਂ ਉਹ ਕਹਿੰਦਾ ਕਿ ਮੈਂ ਸਹੁੰ ਖਾਨਾ ਤਾਂ ਉੱਥੇ ਮੈਟਰ ਕਰ ਜਾਂਦਾ ਸੀ ਕਿ ਤੂੰ ਸਹੁੰ ਕਿਹੜੀ ਚੀਜ਼ ਦੀ ਖਾਨਾ ਆ। ਜੇਕਰ ਉਹ ਕਹਿੰਦਾ ਕਿ ਮੈਂ ਮੰਦਰ ਦੀ ਸਹੁੰ ਖਾਨਾ ਹੈ, ਜਿਸ ਤਰ੍ਹਾਂ ਕਿ ਅਸੀਂ ਪੜ੍ਹਦੇ ਮੱਤੀ ਦੀ ਅੰਜੀਲ ਦੇ ਵਿੱਚ, ਉਹ ਕਹਿੰਦਾ ਕਿ ਮੈਂ ਮੰਦਰ ਦੀ ਸਹੁੰ ਖਾਨਾ ਆ, ਉਹ ਕਹਿੰਦਾ ਨਹੀਂ, ਮੰਦਰ ਦੀ ਸਹੁੰ ਨਹੀਂ, ਜੇਕਰ ਮੰਦਰ ਦੀ ਸਹੁੰ ਆ ਫਿਰ ਤੂੰ ਮੁੱਕਰ ਸਕਦਾ ਆ, ਤੂੰ ਮੰਦਰ ਦੇ ਸੋਨੇ ਦੀ ਸਹੁੰ ਖਾ। ਸੋ ਇੱਕ ਵਚਨਾਂ ਦੇ ਨਾਲ ਖੇਲਣ ਦੀ ਗੱਲ ਸੀ ਕਿ ਆਹ ਚੀਜ਼ ਤੋਂ ਤੂੰ ਮੁੱਕਰ ਸਕਦਾ, ਆਹ ਚੀਜ਼ ਤੋਂ ਨਹੀਂ। ਸੋ ਸ਼ਾਸਤਰੀਆਂ ਫਰੀਸੀਆਂ ਨੇ ਇਸ ਤਰ੍ਹਾਂ ਰੂਲ ਬਣਾ ਦਿੱਤੇ ਸੀ ਕਿ ਜੇਕਰ ਤੂੰ ਇਸ ਚੀਜ਼ ਦੀ ਸਹੁੰ ਖਾਵੇਂ ਫਿਰ ਤੂੰ ਆਪਣੀ ਸਹੁੰ ਨੂੰ ਤੋਂ ਬਦਲ ਸਕਦਾ ਆ, ਫਿਰ ਕੋਈ ਗੱਲ ਨਹੀਂ, ਪਰ ਜੇਕਰ ਤੂੰ ਇਸ ਚੀਜ਼ ਦੀ ਸਹੁੰ ਖਾ ਲਵੇਂ ਫਿਰ ਤੈਨੂੰ ਸਹੁੰ ਪੂਰੀ ਕਰਨੀ ਪੈਣੀ ਆ। ਸੋ ਇਸੇ ਤਰ੍ਹਾਂ ਉਹਨਾਂ ਨੇ ਇਸ ਚੀਜ਼ ਨੂੰ ਬਣਾ ਦਿੱਤਾ ਸੀਗਾ ਸਹੁੰ ਨੂੰ। ਇਸ ਲਈ ਯਿਸੂ ਮਸੀਹ ਹੁਣ ਗੱਲ ਕਿੱਥੇ ਲੈ ਕੇ ਆਉਂਦਾ? ਕਿਉਂਕਿ ਇੱਥੇ ਬਾਈਬਲ 'ਚ ਲਿਖਿਆ ਸੀ ਤੂੰ ਪਰਮੇਸ਼ਰ ਦੇ ਲਈ ਆਪਣੀ ਸਹੁੰ ਨੂੰ ਪੂਰਾ ਕਰੀਂ, ਪਰ ਉਹਨਾਂ ਨੇ ਪਰਮੇਸ਼ਰ ਸ਼ਬਦ ਦੀ ਜਗ੍ਹਾ ਸਵਰਗ ਸ਼ਬਦ ਨੂੰ ਇਸਤੇਮਾਲ ਕਰਨਾ ਸ਼ੁਰੂ ਕਰਤਾ ਕਿ ਨਾ ਅਸੀਂ ਪਰਮੇਸ਼ਰ ਦੇ ਨਾਂ ਦੀ ਨਹੀਂ, ਅਸੀਂ ਯਹੋਵਾ ਦੇ ਨਾਮ ਦੀ ਸਹੁੰ ਨਹੀਂ ਖਾਣੀ, ਅਸੀਂ ਸਵਰਗ ਕਹਿ ਕੇ ਸਹੁੰ ਖਾ ਲਾਂਗੇ। ਅਤੇ ਇਸ ਤਰ੍ਹਾਂ ਉਹ ਸ਼ਬਦਾਂ ਤੋਂ ਮੁੱਕਰ ਜਾਂਦੇ ਸੀਗੇ। ਦੱਸੋ ਯਿਸੂ ਮਸੀਹ ਕੀ ਕਹਿੰਦਾ ਕਿ ਤੂੰ ਸਵਰਗ ਦੀ ਸਹੁੰ ਨਾ ਖਾਈ ਕਿਉਂਕਿ ਪਰਮੇਸ਼ਰ ਦਾ ਸਿੰਘਾਸਨ ਆ, ਅਤੇ ਜਿਹੜਾ ਪਰਮੇਸ਼ਰ ਦੇ ਸਿੰਘਾਸਨ ਦੀ ਸਹੁੰ ਖਾਂਦਾ ਉਹ ਕਿਹਦੀ ਸਹੁੰ ਖਾਂਦਾ? ਉਸ ਦੀ ਸਹੁੰ ਖਾਂਦਾ ਜਿਹੜਾ ਸਿੰਘਾਸਨ ਦੇ ਉੱਤੇ ਬੈਠਾ। ਅਤੇ ਯਿਸੂ ਮਸੀਹ ਕਹਿੰਦਾ ਨਾ ਤੁਸੀਂ ਧਰਤੀ ਦੀ ਸਹੁੰ ਖਾਣੀ ਕਿਉਂਕਿ ਉਹ ਪਰਮੇਸ਼ਰ ਦੇ ਪੈਰ ਰੱਖਣ ਦੀ ਜਗ੍ਹਾ ਆ, ਅਤੇ ਜਿਹੜਾ ਉਸ ਦੀ ਵੀ ਸਹੁੰ ਖਾਂਦਾ ਉਹ ਵੀ ਪਰਮੇਸ਼ਰ ਦੀ ਹੀ ਖਾਂਦਾ ਹੈ ਕਿਉਂਕਿ ਉਹ ਵੀ ਪਰਮੇਸ਼ਰ ਦਾ ਸਥਾਨ ਆ। ਅਤੇ ਫਿਰ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਯਰੂਸ਼ਲਮ ਦੀ ਵੀ ਸਹੁੰ ਨਾ ਖਾਣੀ ਕਿਉਂਕਿ ਉਹ ਮਹਾਰਾਜ ਦਾ ਨਗਰ ਆ, ਉਹ ਪਰਮੇਸ਼ਰ ਦੇ ਰਾਜ ਦੀ ਰਾਜਧਾਨੀ ਆ, ਜਿੱਥੇ ਪਰਮੇਸ਼ਰ ਆਪਣਾ ਰਾਜ ਸਥਾਪਿਤ ਕਰਦਾ, ਜਿੱਥੇ ਪਰਮੇਸ਼ਰ ਦਾ ਸਿੰਘਾਸਨ ਆ, ਜਿੱਥੇ ਪਰਮੇਸ਼ਰ ਨੇ ਜਿਹੜੀ ਜਗ੍ਹਾ ਨੂੰ ਆਪਣਾ ਰਾਜ ਦੀ ਕੈਪੀਟਲ ਸਿਟੀ ਹੋਣ ਦੇ ਲਈ ਚੁਣ ਲਿਆ ਆ, ਸੋ ਵੀ ਪਰਮੇਸ਼ਰ ਦੇ ਨਾਲ ਰਿਲੇਟਡ ਆ। ਅਤੇ ਚੌਥੀ ਚੀਜ਼, ਯਿਸੂ ਮਸੀਹ ਕਹਿੰਦਾ ਕਿ ਤੂੰ ਆਪਣੇ ਸਿਰ ਦੀ ਵੀ ਸਹੁੰ ਨਾ ਖਾਈ ਕਿਉਂਕਿ ਤੂੰ ਇੱਕ ਵਾਲ ਨੂੰ ਕਾਲਾ ਤੇ ਚਿੱਟਾ ਨਹੀਂ ਕਰ ਸਕਦਾ। ਅਤੇ ਤੇਰਾ ਸਿਰ ਕਿਹਦੇ ਨਾਲ ਬਿਲੋਂਗ ਕਰਦਾ ਆ? ਮੇਰੇ ਨਾਲ। ਉਹ ਸਿਰ ਨੂੰ ਕਿਹਨੇ ਬਣਾਇਆ? ਪਰਮੇਸ਼ਰ ਨੇ ਬਣਾਇਆ ਆ। ਜਦ ਤੂੰ ਇੱਕ ਵਾਲ ਨੂੰ ਕਾਲਾ ਜਾਂ ਚਿੱਟਾ ਨਹੀਂ ਕਰ ਸਕਦਾ ਫਿਰ ਤੂੰ ਕਿਸ ਤਰ੍ਹਾਂ ਆਪਣੇ ਸ਼ਬਦਾਂ ਦੀ ਇਹ ਕਹਿ ਸਕਦਾ ਆ ਕਿ ਮੈਂ ਆਪਣੇ ਸ਼ਬਦਾਂ ਨੂੰ ਪੂਰਾ ਕਰੇਗਾ? ਜਦ ਤੈਨੂੰ ਹੁਣ ਦਾ ਨਹੀਂ ਪਤਾ ਕਿ ਤੂੰ ਹੁਣ ਹੈਗਾ 5 ਮਿੰਟ ਬਾਅਦ ਤੂੰ ਹੋਵੇਂਗਾ, ਤੂੰ ਕਿੱਦਾਂ ਕਹਿ ਸਕਦਾ ਕਿ ਮੈਂ ਆਹ ਕੰਮ ਤੇਰੇ ਲਈ ਕਰਾਂਗਾ ਹੀ ਕਰਾਂਗਾ? ਕਿਉਂਕਿ ਤੈਨੂੰ ਤਾਂ ਆਪਣੀ ਲਾਈਫ ਦਾ ਭਰੋਸਾ ਹੀ ਨਹੀਂ ਆ। ਇਸ ਕਰਕੇ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਕਦੀ ਵੀ ਸਹੁੰ ਨਾ ਖਾਇਓ। ਅਤੇ ਇਸ ਦਾ ਮਤਲਬ ਇਹ ਨਹੀਂ ਯਿਸੂ ਮਸੀਹ ਕਹਿ ਰਿਹਾ ਕਿ ਸਹੁੰ ਖਾਣੀ ਬੁਰੀ ਆ। ਬਾਈਬਲ 'ਚ ਕਦੀ ਵੀ ਸਹੁੰ ਖਾਣ ਨੂੰ ਬੁਰਾ ਨਹੀਂ ਕਿਹਾ ਗਿਆ ਕਿਉਂਕਿ ਪਰਮੇਸ਼ਰ ਦੇ ਫੇਥਫੁਲ ਲੋਕ ਜਿਹੜੇ ਸੀਗੇ, ਵਿਸ਼ਵਾਸਯੋਗ ਲੋਕ, ਪੁਰਾਣੇ ਨੇਮ ਤੋਂ ਅਸੀਂ ਦੇਖਦੇ ਕਿ ਸਹੁੰ ਖਾਂਦੇ ਆਏ ਆ। ਪਰ ਯਿਸੂ ਮਸੀਹ ਉਹਨਾਂ ਸ਼ਾਸਤਰੀਆਂ ਫਰੀਸੀਆਂ ਦੇ ਦੁਆਰਾ ਦਿੱਤੀਆਂ ਗਈਆਂ ਗਲਤ ਰੀਤੀ ਰਿਵਾਜ਼ਾਂ ਦਾ ਕਰਕੇ, ਟ੍ਰੈਡੀਸ਼ਨਸ ਦਾ ਕਰਕੇ ਯਿਸੂ ਮਸੀਹ ਇਹ ਗੱਲ ਕਹਿੰਦੇ ਕਿ ਤੁਸੀਂ ਸਹੁੰ ਬਿਲਕੁਲ ਨਾ ਖਾਣੀ ਕਿਉਂਕਿ ਉਹਨਾਂ ਨੇ ਇੰਨੇ ਰੀਤੀ ਰਿਵਾਜ ਬਣਾ ਦਿੱਤੇ ਜਿਹਦੇ ਵਿੱਚ ਇੱਕ ਵਿਅਕਤੀ ਖੇਲਣਾ ਸ਼ੁਰੂ ਕਰ ਦਿੰਦਾ ਸੀਗਾ, ਕਨਫਿਊਜ਼ ਹੋ ਜਾਂਦਾ ਸੀ ਕਿ ਮੈਂ ਕਿਹੜੀ ਚੀਜ਼ ਦੀ ਸਹੁੰ ਖਾਵਾਂ। ਜੇ ਮੈਂ ਇਸ ਚੀਜ਼ ਦੀ ਖਾਊਂਗਾ ਮੈਂ ਇੱਥੋਂ ਮੁੱਕਰ ਸਕਦਾ, ਜੇ ਇਹਦੀ ਖਾਊਂਗਾ ਇੱਥੋਂ ਨਹੀਂ ਮੁੱਕਰ ਸਕਦਾ। ਇਸ ਕਰਕੇ ਯਿਸੂ ਮਸੀਹ ਉਹਨਾਂ ਦੇ ਜਿਹੜੀਆਂ ਰੀਤੀ ਰਿਵਾਜ ਬਣਾਏ ਗਏ ਉਹਨਾਂ ਦੇ ਵਿਰੋਧ ਦੇ ਵਿੱਚ ਇਹ ਗੱਲ ਕਰਦਾ ਪਿਆ ਆ ਕਿਉਂਕਿ ਯਿਸੂ ਮਸੀਹ ਸ਼ਰ੍ਹਾ ਨੂੰ ਖੰਡਣ ਨਹੀਂ ਆਇਆ, ਮੂਸਾ ਦੇ ਵਿਰੋਧ ਵਿੱਚ ਨਹੀਂ ਆ, ਉਹ ਮੂਸਾ ਦੀਆਂ ਗੱਲਾਂ ਨੂੰ ਪੂਰਾ ਕਰਨ ਲਈ ਆਇਆ। ਇਸ ਲਈ ਯਿਸੂ ਮਸੀਹ ਕਹਿੰਦਾ ਕਿ ਤੁਸੀਂ ਯਰੂਸ਼ਲਮ ਦੀ ਸਹੁੰ ਨਾ ਖਾਣਾ, ਉਹ ਵੀ ਪਰਮੇਸ਼ਰ ਦੇ ਨਾਲ ਜੁੜਿਆ, ਧਰਤੀ ਦੀ ਸਹੁੰ ਨਾ ਖਾਣੀ, ਉਹ ਵੀ ਪਰਮੇਸ਼ਰ ਨਾਲ
ਤੇ ਆਕਾਸ਼ ਦੀ ਸਹੁੰ ਨਾ ਖਾਣੀ, ਉਹ ਵੀ ਪਰਮੇਸ਼ਰ ਦੇ ਨਾਲ, ਅਤੇ ਆਪਣੇ ਸਿਰ ਦੀ ਸਹੁੰ ਵੀ ਨਾ ਖਾਣੀ, ਕਿਉਂਕਿ ਉਹ ਵੀ ਪਰਮੇਸ਼ਰ ਦਾ ਬਣਾਇਆ ਹੋਇਆ ਆ। ਹਾਲੇਲੂਇਆ। ਸੋ ਯੀਸ਼ੂ ਮਸੀਹ ਇਹ ਗੱਲ ਕਹਿ ਰਿਹਾ, ਯੀਸ਼ੂ ਮਸੀਹ ਇਹ ਨਹੀਂ ਕਹਿ ਰਿਹਾ ਕਿ ਸਹੁੰ ਖਾਣੀ ਬੁਰੀ ਆ, ਪਰ ਯੀਸ਼ੂ ਮਸੀਹ ਸਿਖਾ ਰਿਹਾ ਕਿ ਸਾਡੇ ਵਚਨ ਜਿਹੜੇ ਆ ਉਹ ਮੈਟਰ ਕਰਦੇ ਆ। ਯੀਸ਼ੂ ਮਸੀਹ ਅੱਗੇ ਕੀ ਕਹਿੰਦੇ, ਹਾਂਜੀ ਅਸੀਂ ਪੜਾਂਗੇ। ਪਰ ਤੁਹਾਡੇ ਬੋਲਣ ਵਿੱਚ ਹਾਂ ਦੀ ਹਾਂ ਹਾਂਜੀ ਅਤੇ ਨਾ ਦੀ ਨਾ ਹੋਵੇ, ਔਰ ਜੋ ਕੋਈ ਇਹਨਾਂ ਤੋਂ ਵੱਧ ਹੈ ਸੋ ਬਦੀ ਤੋਂ ਹੁੰਦਾ ਹੈ। ਆਮੀਨ। ਸੋ ਯੀਸ਼ੂ ਮਸੀਹ ਕਹਿੰਦਾ ਕਿ ਨਹੀਂ, ਸਹੁੰ ਦੇ ਚੱਕਰ ਚੋਂ ਨਿਕਲੋ। ਇੱਥੇ ਹੀ ਤੁਸੀਂ ਪਲੇ ਕਰਦੇ ਹੋ ਵਚਨਾਂ ਦੇ ਨਾਲ। ਤੁਸੀਂ ਸ਼ਾਸਤਰੀਆਂ ਫਰੀਸੀਆਂ ਨੇ ਇੰਨੇ ਕਨਸੈਪਟ ਬਣਾ ਦਿੱਤੇ ਜਿਹਦੇ ਵਿੱਚੋਂ ਤੁਹਾਨੂੰ ਨਿਕਲਣਾ ਮੁਸ਼ਕਿਲ ਹੋ ਰਿਹਾ ਆ ਕਿ ਮੈਂ ਮੰਦਰ ਦੀ ਸਹੁੰ ਖਾਵਾਂ ਜਾਂ ਮੰਦਰ ਦੇ ਸੋਨੇ ਦੀ, ਮੈਂ ਵੇਦੀ ਦੀ ਸਹੁੰ ਖਾਵਾਂ ਜਾਂ ਵੇਦੀ ਤੇ ਰੱਖੀ ਭੇਡ ਦੀ। ਇਸ ਲਈ ਯੀਸ਼ੂ ਮਸੀਹ ਕਹਿੰਦਾ ਕਿ ਮੈਂ ਤੁਹਾਨੂੰ ਕਹਿੰਦਾ ਤੁਸੀਂ ਸਹੁੰ ਖਾਣਾ ਹੀ ਨਾ, ਪਰ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾ ਦੀ ਨਾ ਹੋਵੇ। ਅੱਜ ਸਾਨੂੰ ਇਹ ਯੀਸ਼ੂ ਮਸੀਹ ਦਾ ਦਿੱਤਾ ਹੋਇਆ ਪੈਟਰਨ ਯੂਜ਼ ਕਰਨ ਦੀ ਲੋੜ ਆ। ਭਾਵੇਂ ਕਿ ਬਾਈਬਲ ਸਾਨੂੰ ਸਹੁੰ ਖਾਣ ਤੋਂ ਮਨਾ ਨਹੀਂ ਕਰਦੀ ਗੀ, ਬਾਈਬਲ ਕਿਤੇ ਨਹੀਂ ਕਹਿੰਦੀ ਕਿ ਸਹੁੰ ਨਹੀਂ ਖਾਧੀ ਜਾ ਸਕਦੀ। ਜਿਵੇਂ ਕਿ ਮੈਂ ਕਿਹਾ ਕਿ ਉਸ ਤੋਂ ਬਾਅਦ ਦੇ ਵਿੱਚ ਵੀ ਅਸੀਂ ਪੌਲਸ ਨੂੰ ਦੇਖਦੇ ਕਿ ਉਹ ਸਹੁੰ ਨੂੰ ਵਿੱਚ ਲੈ ਕੇ ਆਇਆ, ਅਤੇ ਪਰਮੇਸ਼ਰ ਖੁਦ ਸਹੁੰ ਨੂੰ ਵਿੱਚ ਲੈ ਕੇ ਆਇਆ। ਸੋ ਸਹੁੰ ਬੁਰੀ ਨਹੀਂ ਆ, ਪਰ ਯੀਸ਼ੂ ਮਸੀਹ ਦੇ ਪੈਟਰਨ ਨੂੰ ਅੱਜ ਪਰਮੇਸ਼ਰ ਯੀਸ਼ੂ ਮਸੀਹ ਦੇ ਵਚਨਾਂ ਨੂੰ ਸਾਨੂੰ ਪੂਰਾ ਕਰਨ ਦੀ ਲੋੜ ਆ, ਉਹਨਾਂ ਦੇ ਅਨੁਸਾਰ ਚੱਲਣ ਦੀ ਲੋੜ ਆ, ਕਿਉਂਕਿ ਉਹ ਸ਼ਰ੍ਹਾ ਨੂੰ ਫੁੱਲਫਿਲ ਕਰਨ ਦੇ ਲਈ ਆਇਆ। ਅਤੇ ਯੀਸ਼ੂ ਮਸੀਹ ਕਹਿੰਦਾ ਕਿ ਮੈਂ ਤੁਹਾਡੀ ਹਾਂ ਦੀ ਹਾਂ ਤੇ ਤੁਹਾਡੀ ਨਾ ਦੀ ਨਾ ਹੋਵੇ। ਅੱਜ ਸਾਨੂੰ ਇਸ ਗੱਲ ਦੇ ਉੱਤੇ ਧਿਆਨ ਦੇਣ ਦੀ ਲੋੜ ਆ। ਅਤੇ ਮੋਸਟਲੀ ਮੈਂ ਦੇਖਿਆ ਆ ਕਿ ਉਹ ਲੋਕੀ ਜਿਹੜੇ ਗੱਲ ਦੇ ਉੱਤੇ ਸਹੁੰ ਖਾਂਦੇ ਆ, ਉਹਨਾਂ ਦੇ ਕਰੈਕਟਰ ਦੇ ਵਿੱਚ ਉਨੀ ਪਾਵਰ ਨਹੀਂ ਹੁੰਦੀ, ਉਹਨਾਂ ਦਾ ਕਰੈਕਟਰ ਉਹਨਾਂ ਦਾ ਸਾਥ ਨਹੀਂ ਦਿੰਦਾ। ਇਸ ਲਈ ਉਹ ਮਾੜੀ ਗੱਲ ਦੇ ਉੱਤੇ ਸਹੁੰ ਖਾਂਦੇ ਕਿ ਮੈਨੂੰ ਇਹਦੀ ਸਹੁੰ ਲੱਗੇ, ਮੈਨੂੰ ਮੰਮੀ ਦੀ ਸਹੁੰ ਲੱਗੇ, ਮੈਨੂੰ ਆਪਣੇ ਡੈਡੀ ਦੀ, ਮੈਨੂੰ ਆਪਣੇ ਬੱਚਿਆਂ ਦੀ ਸਹੁੰ ਲੱਗੇ। ਅਤੇ ਬੜੀ ਵਾਰੀ ਉਹ ਬਾਈਬਲ ਨੂੰ ਚੱਕਦੇ ਅਤੇ ਕਹਿੰਦੇ ਮੈਨੂੰ ਬਾਈਬਲ ਦੀ ਸਹੁੰ ਲੱਗੇ, ਮੈਨੂੰ ਪਰਮੇਸ਼ਰ ਦੇ ਵਚਨ ਦੀ ਸਹੁੰ ਲੱਗੇ, ਯੀਸ਼ੂ ਮਸੀਹ ਦੇ ਵਚਨ ਦੀ। ਅਤੇ ਬਹੁਤ ਵਾਰ ਮਨੁੱਖ ਜਿਹੜਾ ਆ ਆਪਣਾ ਬਚਾਵ ਕਰਨ ਦੇ ਲਈ ਪਰਮੇਸ਼ਰ ਦੇ ਵਚਨ ਦੀ, ਲੋਕਾਂ ਦੀ ਸਹੁੰ ਖਾਂਦਾ ਹੈ। ਸੋ ਯੀਸ਼ੂ ਮਸੀਹ ਕਹਿੰਦਾ ਕਿ ਨਹੀਂ, ਇਹ ਚੀਜ਼ਾਂ ਗਲਤ ਆ। ਤੁਹਾਡੇ ਸ਼ਬਦ ਜਿਹੜੇ ਹਾਂ ਦੀ ਹਾਂ ਤੇ ਨਾ ਦੀ ਨਾ ਹੋਣੀ ਚਾਹੀਦੀ ਆ। ਇੱਥੋਂ ਤੱਕ ਤੁਹਾਨੂੰ ਸਹੁੰ ਖਾਣ ਦੀ ਲੋੜ ਹੀ ਨਾ ਪਵੇ, ਤੁਹਾਡਾ ਕਰੈਕਟਰ ਦੱਸੇ ਕਿ ਤੁਸੀਂ ਸੱਚ ਬੋਲ ਰਹੇ ਹੋ। ਜੇਕਰ ਤੁਸੀਂ ਸਹੀ ਹੋ ਤਾਂ ਤੁਹਾਨੂੰ ਸਹੁੰ ਖਾਣ ਦੀ ਲੋੜ ਨਹੀਂ ਆ, ਤੁਸੀਂ ਸਿੰਪਲ ਕਹਿ ਸਕਦੇ ਹੋ ਕਿ ਹਾਂ ਇੱਦਾਂ ਹੈ, ਤੇ ਜੇਕਰ ਉਹ ਨਹੀਂ ਆ ਤਾਂ ਫਿਰ ਤੁਸੀਂ ਕਹਿ ਸਕਦੇ ਕਿ ਇੱਦਾਂ ਨਹੀਂ ਆ। ਯੀਸ਼ੂ ਮਸੀਹ ਕਹਿੰਦਾ ਕਿ ਤੁਹਾਡੇ ਸ਼ਬਦ ਜਿਹੜੇ ਆ ਮੈਟਰ ਕਰਦੇ ਆ। ਤੁਸੀਂ ਆਪਣੇ ਸ਼ਬਦਾਂ ਤੋਂ ਧਰਮੀ, ਆਪਣੇ ਸ਼ਬਦਾਂ ਤੋਂ ਝੂਠੇ ਠਹਿਰੋਗੇ, ਅਤੇ ਜੇਕਰ ਤੁਸੀਂ ਝੂਠੀ ਸਹੁੰ ਖਾਓਗੇ ਤਾਂ ਪਰਮੇਸ਼ਰ ਉਸ ਦਾ ਨਿਆਂ ਕਰੇਗਾ। ਪਰਮੇਸ਼ਰ ਦੇ ਅੱਗੇ ਕੀ ਕਿਹਾ ਗਿਆ ਸੀ ਕਿ ਉਹ ਸੋਚਦੇ ਸੀ ਕਿ ਜੇਕਰ ਕੋਈ ਸਹੁੰ ਖਾਂਦਾ ਆ ਫਿਰ ਹੀ ਉਹ ਆਪਣੇ ਸ਼ਬਦਾਂ ਨੂੰ ਪੂਰਾ ਕਰੇ, ਨਹੀਂ ਤਾਂ ਉਹ ਬਦਲ ਸਕਦਾ। ਯੀਸ਼ੂ ਮਸੀਹ ਕਹਿੰਦਾ ਨਹੀਂ, ਜੇਕਰ ਤੂੰ ਆਪਣੇ ਮੂੰਹ 'ਚੋਂ ਸ਼ਬਦ ਕੱਢ ਦਿੱਤੇ ਆ ਫਿਰ ਉਹ ਤੈਨੂੰ ਪੂਰੇ ਕਰਨੇ ਹੀ ਚਾਹੀਦੇ ਆ, ਕਿਉਂਕਿ ਮੈਂ ਤੇਰੇ ਸ਼ਬਦਾਂ ਨੂੰ ਦੇਖਦਾ। ਪਰਮੇਸ਼ਰ ਤੇਰੇ ਸ਼ਬਦਾਂ ਦੇ ਉੱਤੇ ਵੀ ਧਿਆਨ ਕਰਦਾ। ਪਰਮੇਸ਼ਰ ਹਰ ਇੱਕ ਸ਼ਬਦ ਜਿਹੜਾ ਮਨੁੱਖ ਬੋਲਦਾ, ਪਰਮੇਸ਼ਰ ਉਹਨਾਂ ਸ਼ਬਦਾਂ ਦਾ ਲੇਖਾ ਲਵੇਗਾ। ਮਨੁੱਖ ਨੇ ਭਾਵੇਂ ਕਿੱਦਾਂ ਵੀ ਬੋਲੇ ਆ, ਪਰ ਜਦੋਂ ਅਸੀਂ ਕੁਝ ਬੋਲਦੇ ਆ ਤਾਂ ਪਰਮੇਸ਼ਰ ਦੀ ਪੁਸਤਕ ਦੇ ਵਿੱਚ ਉਹ ਸ਼ਬਦ ਦਰਜ ਕੀਤੇ ਜਾਂਦੇ ਆ। ਪਰਮੇਸ਼ਰ ਸਾਡੇ ਸ਼ਬਦਾਂ ਦੇ ਉੱਤੇ ਧਿਆਨ ਦਿੰਦਾ, ਸਾਡੇ ਸ਼ਬਦ ਮੈਟਰ ਕਰਦੇ ਆ, ਪਰਮੇਸ਼ਰ ਉਹਨਾਂ ਤੇ ਧਿਆਨ ਦਿੰਦਾ ਆ। ਇਸ ਕਰਕੇ ਸਾਨੂੰ ਸੋਚ ਸਮਝ ਕੇ ਬੋਲਣ ਦੀ ਲੋੜ ਆ। ਸੋ ਸਹੁੰ ਜਿਹੜੀ ਬੁਰੀ ਨਹੀਂ ਆ, ਪਰ ਯੀਸ਼ੂ ਮਸੀਹ ਇਸ ਤੋਂ ਉੱਪਰ ਸਾਨੂੰ ਲੈ ਕੇ ਆਉਂਦਾ ਆ ਕਿ ਨਹੀਂ, ਤੁਹਾਡੇ ਸ਼ਬਦ ਹਾਂ ਦੀ ਹਾਂ ਅਤੇ ਤੁਹਾਡੀ ਨਾ ਦੀ ਨਾ ਹੋਣੀ ਚਾਹੀਦੀ। ਅਤੇ ਯੀਸ਼ੂ ਮਸੀਹ ਕਹਿੰਦਾ ਕਿ ਜੋ ਕੁਝ ਵੀ ਇਸ ਤੋਂ ਉੱਪਰ ਹੁੰਦਾ ਹੈ ਉਹ ਬਦੀ ਤੋਂ ਹੁੰਦਾ ਹੈ। ਯੀਸ਼ੂ ਮਸੀਹ ਕਹਿੰਦਾ ਕਿ ਤੁਸੀਂ ਸਹੁੰਆਂ ਖਾਂਦੇ ਹੋ, ਆਪਣਾ ਬਚਾਵ ਦੇ ਲਈ ਸਹੁੰ ਖਾਂਦੇ ਹੋ, ਕਈ ਵਾਰੀ ਬਦਲ ਜਾਂਦੇ ਹੋ, ਕਈ ਵਾਰੀ ਪੂਰਾ ਨਹੀਂ ਕਰ ਪਾਉਂਦੇ, ਫਿਰ ਤੁਸੀਂ ਕਿਉਂ ਸਹੁੰ ਖਾਂਦੇ ਹੋ? ਇਸ ਤੋਂ ਭਲੀ ਗੱਲ ਕੀ ਆ ਕਿ ਤੁਸੀਂ ਸਹੀ ਹਾਂ ਦੀ ਹਾਂ ਬੋਲ ਦਿਓ ਤੇ ਨਾ ਦੀ ਨਾ ਬੋਲ ਦਿਓ। ਤੁਸੀਂ ਕਿਉਂ ਪ੍ਰੋਮਿਸ ਕਰਦੇ ਹੋ, ਤੁਸੀਂ ਕਿਉਂ ਵਾਅਦਾ ਕਰਦੇ ਹੋ ਜੇਕਰ ਤੁਸੀਂ ਉਸ ਨੂੰ ਨਿਭਾਉਣ ਦੇ ਲਾਇਕ ਨਹੀਂ ਹੋ? ਪਰਮੇਸ਼ਰ ਨੇ ਸਹੁੰ ਖਾਧੀ, ਉਹ ਅੱਜ ਤਾਈਂ ਪਰਮੇਸ਼ਰ ਆਪਣੇ ਵਚਨ ਨੂੰ ਨਿਭਾ ਰਿਹਾ ਆ। ਪਰ ਸਾਡੇ ਬਾਰੇ ਕੀ? ਬਹੁਤ ਸਾਰੇ ਲੋਕੀ, ਇੱਥੋਂ ਤੱਕ ਕਿ 10% ਲੋਕ ਹੀ ਹੋਣਗੇ ਜਿਹੜੇ ਆਪਣੇ ਕੀਤੇ ਗਏ ਵਾਅਦੇ ਨੂੰ ਨਿਭਾਉਂਦੇ ਹੋਣਗੇ। 90% ਲੋਕ ਜਿਹੜੇ ਆ ਉਹ ਆਪਣੇ ਵਾਅਦੇ ਨੂੰ, ਆਪਣੀ ਸਹੁੰ ਨੂੰ ਤੋੜ ਦਿੰਦੇ ਆ। ਅਤੇ ਜ਼ਿਆਦਾਤਰ ਲੋਕ ਜਿਹੜੇ ਆ ਝੂਠੀਆਂ ਸਹੁੰਆਂ ਖਾਂਦੇ ਆ, ਆਪਣੇ ਬਚਾਵ ਦੇ ਲਈ, ਆਪਣੇ ਫਾਇਦੇ ਦੇ ਲਈ ਝੂਠੀਆਂ ਸਹੁੰਆਂ ਖਾਂਦੇ ਆ। ਉਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੁੰਦੀ। ਇਸ ਲਈ ਯੀਸ਼ੂ ਮਸੀਹ ਸਹੁੰ ਤੋਂ ਉੱਪਰ ਉੱਠ ਕੇ ਸਾਨੂੰ ਇਸ ਗੱਲ ਦੇ ਉੱਤੇ ਲੈ ਕੇ ਆਉਣਾ ਚਾਹੁੰਦਾ ਆ ਕਿ ਸਹੁੰ ਦੇ ਉੱਤੇ ਨਾ ਡਿਪੈਂਡ ਰਹੋ। ਇੱਦਾਂ ਨਹੀਂ ਕਿ ਮੈਂ ਉਹਦੀ ਸਹੁੰ ਖਾਨਾ। ਸਿੰਪਲੀ ਤੁਹਾਡੇ ਕਰੈਕਟਰ ਦੇ ਵਿੱਚ ਇੰਨੀ ਪਾਵਰ ਹੋਣੀ ਚਾਹੀਦੀ ਆ ਕਿ ਤੁਸੀਂ ਜੇਕਰ ਹਾਂ ਕਰ ਦਿੱਤੀ ਤਾਂ ਉਸਦਾ ਮਤਲਬ ਹਾਂ ਆ,
ਜੇਕਰ ਨਾ ਕਰ ਦਿੱਤਾ ਤਾਂ ਉਹ ਨਾ ਆ। ਤੁਹਾਨੂੰ ਸਹੁੰ ਖਾਣ ਦੀ ਜ਼ਰੂਰਤ ਨਾ ਪਵੇ ਕਿ ਇੱਕ ਵਿਅਕਤੀ ਜਦੋਂ ਤੁਹਾਡੇ ਵੱਲ ਦੇਖੇ ਤਾਂ ਉਹ ਬੋਲੇ ਤੁਹਾਡੇ ਕਰੈਕਟਰ ਵੱਲ ਕਿ ਸੱਚਮੁੱਚ ਇਹ ਬੰਦਾ ਝੂਠ ਨਹੀਂ ਬੋਲਦਾ, ਇਹ ਬੰਦਾ ਗਲਤ ਪ੍ਰੋਮਿਸ ਨਹੀਂ ਕਰਦਾ, ਇਹ ਗਲਤ ਨਹੀਂ ਕਹਿੰਦਾ। ਤੇ ਜੇਕਰ ਇਹ ਕਹਿ ਰਿਹਾ ਤੇ ਇਸ ਦਾ ਮਤਲਬ ਇਹ ਸੱਚ ਕਹਿ ਰਿਹਾ। ਹਾਲੇਲੂਇਆ। ਯਿਸੂ ਮਸੀਹ ਸਾਨੂੰ ਇਦਾਂ ਦੇ ਬਣਨ ਦੀ ਕਹਿ ਰਿਹਾ। ਉਹਨਾਂ ਸ਼ਾਸਤਰੀਆਂ ਫਰੀਸੀਆਂ ਵਾਂਗੂ ਨਹੀਂ ਕਿ ਮੈਂ ਸੋਨੇ ਦੀ ਸਹੁੰ ਖਾਨਾ ਆ, ਮੈਂ ਮੰਦਿਰ ਦੀ ਸਹੁੰ ਖਾਨਾ ਆ, ਮੈਂ ਯਰੂਸ਼ਲਮ ਦੀ ਸਹੁੰ ਖਾਨਾ, ਨਹੀਂ, ਮੈਂ ਆਪਣੇ ਸਿਰ ਦੀ ਖਾਨਾ। ਇੱਕ ਵਚੇ ਸ਼ਬਦਾਂ ਦੇ ਨਾਲ ਖੇਲਣਾ ਆ। ਇੱਕ ਬੰਦੇ ਨੂੰ ਬੇਵਕੂਫ ਬਣਾਉਣ ਵਾਲਾ ਇਹ ਸਿਸਟਮ ਸੀਗਾ। ਸੋ ਯਿਸੂ ਮਸੀਹ ਕਹਿੰਦਾ ਇਸ ਤੋਂ ਬਾਹਰ ਨਿਕਲਿਆ। ਅੱਜ ਵੀ ਯਿਸੂ ਮਸੀਹ ਕਹਿੰਦਾ ਕਿ ਇਹਨਾਂ ਚੱਕਰਾਂ ਚੋਂ ਬਾਹਰ ਨਿਕਲਿਆ। ਝੂਠੀਆਂ ਸਹੁੰਆਂ ਨਾ ਖਾਓ, ਝੂਠੇ ਵਾਅਦੇ ਨਾ ਕਰੋ। ਤੁਹਾਡੀ ਹਾਂ ਦੀ ਹਾਂ, ਤੁਹਾਡੀ ਨਾ ਦੀ ਨਾ ਹੋਵੇ, ਕਿਉਂਕਿ ਤੁਹਾਡੇ ਸ਼ਬਦ ਮੈਟਰ ਕਰਦੇ ਆ। ਪਰਮੇਸ਼ਰ ਤੁਹਾਡੇ ਸ਼ਬਦਾਂ ਤੇ ਧਿਆਨ ਕਰਦਾ। ਜੋ ਤੁਸੀਂ ਬੋਲਦੇ ਹੋ ਪਰਮੇਸ਼ਰ ਦੀ ਨਜ਼ਰ ਦੇ ਵਿੱਚ ਉੱਤਮ ਆ। ਪਰਮੇਸ਼ਰ ਤੁਹਾਡੇ ਸ਼ਬਦਾਂ ਨੂੰ ਦੇ ਅਨੁਸਾਰ ਤੁਹਾਡਾ ਲੇਖਾ ਕਰੇਗਾ, ਤੁਹਾਡੇ ਕੰਮਾਂ ਦੇ ਅਨੁਸਾਰ ਤੁਹਾਡਾ ਲੇਖਾ ਕਰੇਗਾ। ਇਸ ਲਈ ਝੂਠੀਆਂ ਸਹੁੰਆਂ ਨਾ ਖਾਓ, ਅਤੇ ਇੱਥੋਂ ਤੱਕ ਕਿ ਸਹੁੰ ਖਾਓ ਹੀ ਨਾ, ਕਿਉਂਕਿ ਤੁਸੀਂ ਉਹਨੂੰ ਪੂਰਾ ਕਰਨ ਦੇ ਵਿੱਚ ਬਹੁਤ ਵਾਰ ਨਾਕਾਮਯਾਬ ਹੋ ਜਾਓਗੇ। ਇਸ ਲਈ ਯਿਸੂ ਮਸੀਹ ਕਹਿੰਦਾ ਤੁਹਾਡੀ ਹਾਂ ਦੀ ਹਾਂ ਤੇ ਤੁਹਾਡੀ ਨਾ ਦੀ ਨਾ ਹੋਵੇ। ਕਿਉਂਕਿ ਜੇਕਰ ਤੁਸੀਂ ਕਦੀ ਯਰੂਸ਼ਲਮ ਦੀ ਸਹੁੰ ਖਾ ਰਹੇ, ਕਦੀ ਸਵਰਗ ਦੀ, ਕਦੀ ਧਰਤੀ ਦੀ, ਕਦੀ ਖੁਦ ਦੀ, ਤੇ ਕਿਤੇ ਨਾ ਕਿਤੇ ਪ੍ਰੋਬਲਮ ਆ। ਅਤੇ ਯਿਸੂ ਮਸੀਹ ਕਹਿੰਦਾ ਜੋ ਕੁਝ ਵੀ ਇਸ ਤੋਂ ਵੱਧ ਹੁੰਦਾ ਸੋ ਬਦੀ ਤੋਂ ਹੁੰਦਾ ਆ। ਸੋ ਯਿਸੂ ਮਸੀਹ ਦਾ ਪੈਟਰਨ ਕੀ ਆ? ਯਿਸੂ ਮਸੀਹ ਇੱਥੇ ਕੀ ਕਹਿ ਰਹੇ ਆ? ਯਿਸੂ ਮਸੀਹ ਸ਼ਰ੍ਹਾ ਦੇ ਖਿਲਾਫ ਨਹੀਂ ਆ, ਮੂਸਾ ਦੇ ਖਿਲਾਫ ਨਹੀਂ ਆ, ਕਿਉਂਕਿ ਸਹੁੰ ਖਾਣੀ ਮਨਾ ਨਹੀਂ ਆ, ਸਹੁੰ ਖਾਣੀ ਗਲਤ ਨਹੀਂ ਆ। ਪਰ ਯਿਸੂ ਮਸੀਹ ਕਹਿ ਰਿਹਾ ਕਿ ਸਹੁੰ ਖਾਣ ਦੇ ਚੱਕਰ ਚੋਂ ਹੀ ਬਾਹਰ ਨਿਕਲ ਜਾਓ। ਝੂਠੀਆਂ ਸਹੁੰਆਂ ਨਾ ਖਾਓ ਅਤੇ ਤੁਸੀਂ ਸਹੁੰ ਨੂੰ ਪੂਰਾ ਕਰਨ 'ਚ ਬਹੁਤ ਵਾਰ ਨਾਕਾਮਯਾਬ ਹੋ ਜਾਓਗੇ। ਇਸ ਲਈ ਮੈਂ ਕਹਿੰਦਾ ਕਿ ਸਹੁੰ ਖਾਓ ਹੀ ਨਾ। ਅਤੇ ਸੇਮ ਗੱਲ ਪਰਮੇਸ਼ਰ ਦਾ ਭਰਾ ਜਿਹੜਾ ਯਾਕੂਬ ਸਾਨੂੰ ਬਾਅਦ ਦੇ ਵਿੱਚ ਲਿਖਦਾ ਆ। ਅਸੀਂ ਪੜਾਂਗੇ ਯਾਕੂਬ ਦੀ ਪੱਤਰੀ, ਉਸਦਾ ਅਧਿਆਇ 5 ਵਚਨ 12 ਤੋਂ। ਹਾਂਜੀ, ਯਾਕੂਬ ਦੀ ਪੱਤਰੀ, ਉਸਦਾ ਅਧਿਆਇ 5 ਵਚਨ 12। ਹੇ ਮੇਰੇ ਭਰਾਵੋ। ਸੋ ਇੱਥੇ ਯਾਕੂਬ ਜਿਹੜਾ ਹੈ ਯਿਸੂ ਮਸੀਹ ਦੇ ਹੀ ਪਹਾੜੀ ਉਪਦੇਸ਼ ਨੂੰ ਲੈ ਕੇ ਗੱਲ ਕਰਦਾ ਆ। ਸਭ ਤੋਂ ਪਹਿਲਾਂ ਹਾਂਜੀ ਇਹ ਹੈ ਭਈ ਤੁਸੀਂ ਸਹੁੰ ਨਾ ਖਾਣੀ, ਨਾ ਆਕਾਸ਼ ਦੀ, ਨਾ ਧਰਤੀ ਦੀ, ਨਾ ਹੋਰ ਕਾਸੇ ਦੀ ਸਹੁੰ, ਪਰ ਤੁਹਾਡੀ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ, ਭਈ ਤੁਸੀਂ ਸਜ਼ਾ ਹੇਠਾਂ ਨਾ ਆ ਜਾਓ। ਆਮੀਨ। ਸੋ ਇੱਥੇ ਪਰਮੇਸ਼ਰ ਦਾ ਦਾਸ ਯਾਕੂਬ, ਪਰਮੇਸ਼ਰ ਦਾ ਭਰਾ ਯਾਕੂਬ ਕੀ ਕਹਿੰਦਾ ਆ? ਦੇਖੋ, ਯਿਸੂ ਮਸੀਹ ਇਸ ਧਰਤੀ ਤੋਂ ਚਲ ਗਿਆ, ਸੇਵਕਾਈ ਕਲੀਸਿਆ ਸ਼ੁਰੂ ਹੋ ਗਈ, ਪਰ ਯਹੂਦੀਆਂ ਦੇ ਰੀਤੀ ਰਿਵਾਜ ਹਾਲੇ ਵੀ ਨਹੀਂ ਸੀਗੇ। ਹਾਲੇ ਵੀ ਬਹੁਤ ਸਾਰੇ ਲੋਕ ਸਹੁੰਆਂ ਖਾਈ ਜਾ ਰਹੇ ਸੀ, ਯਰੂਸ਼ਲਮ ਦੀ, ਕਦੀ ਕਾਸੇ ਦੀ, ਕਦੀ ਸਵਰਗ ਦੀ, ਕਦੀ ਧਰਤੀ ਦੀ। ਸੋ ਯਾਕੂਬ ਫਿਰ ਤੋਂ ਯਾਦ ਕਰਾਉਂਦਾ ਆ ਕਿ ਸਹੁੰ ਦੇ ਚੱਕਰ 'ਚ ਨਾ ਪਾਓ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹਾਲੇ ਵੀ ਕਲੀਸਿਆ ਦੇ ਵਿੱਚ ਗਲਤ ਸੀ। ਜਿਸ ਤਰ੍ਹਾਂ ਅਧਿਆਇ 3 ਦੇ ਵਿੱਚ ਯਾਕੂਬ ਕਹਿੰਦਾ ਆਪਣੀ ਜ਼ੁਬਾਨ ਦੇ ਉੱਤੇ ਲਗਾਮ ਕਰੋ। ਅਧਿਆਇ 2 ਦੇ ਵਿੱਚ ਕਹਿੰਦਾ ਕਿ ਪੱਖਪਾਤ ਦੇ ਵਿੱਚੋਂ ਬਾਹਰ ਨਿਕਲੋ। ਅਤੇ ਜਿਹੜੀ ਸਹੁੰ ਦਾ ਕਨਸੈਪਟ ਹਾਲੇ ਵੀ ਬਹੁਤ ਸਾਰੇ ਯਹੂਦੀ ਲੋਕਾਂ ਦੇ ਵਿੱਚ ਉਸ ਟਾਈਮ ਦੀ ਕਲੀਸਿਆ ਦੇ ਵਿੱਚ ਚੱਲ ਰਿਹਾ ਸੀ। ਇਸ ਲਈ ਯਾਕੂਬ ਫਿਰ ਤੋਂ ਯਿਸੂ ਮਸੀਹ ਦੇ ਸ਼ਬਦਾਂ ਨੂੰ ਯਾਦ ਕਰਾਉਂਦਾ ਆ ਅਤੇ ਕਹਿੰਦਾ ਆ ਕਿ ਤੁਸੀਂ, ਪਹਿਲੀ ਗੱਲ ਇਹ ਆ ਕਿ ਤੁਸੀਂ ਸਹੁੰ ਨਾ ਖਾਣੀ, ਨਾ ਸਵਰਗ ਦੀ, ਨਾ ਧਰਤੀ ਦੀ। ਸੇਮ ਵਰਡ ਜਿਹੜੇ ਯਿਸੂ ਮਸੀਹ ਨੇ ਕਹੇ ਸੀ। ਅਤੇ ਕਹਿੰਦਾ ਨਾ ਕਿਸੇ ਹੋਰ ਚੀਜ਼ ਦੀ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਉਹਨਾਂ ਨੇ ਉਸ ਨੂੰ ਕਨੈਕਟ ਕਰ ਦਿੱਤਾ ਸੀ ਯਹੂਦੀ ਰੱਬੀਆਂ ਨੇ। ਅਤੇ ਯਾਕੂਬ ਫਿਰ ਤੋਂ ਸੇਮ ਸ਼ਬਦ ਯਿਸੂ ਮਸੀਹ ਵਾਲੇ ਲੈ ਕੇ ਆਉਂਦਾ ਕਿ ਤੁਹਾਡੀ ਹਾਂ ਦੀ ਹਾਂ ਅਤੇ ਤੁਹਾਡੀ ਨਾ ਦੀ ਨਾ ਹੋਵੇ, ਕਿਤੇ ਤੁਸੀਂ ਸਜ਼ਾ ਦੇ ਹੇਠ ਨਾ ਆਓ। ਸੋ ਇੱਥੇ ਅਸੀਂ ਕੀ ਦੇਖਦੇ ਹਾਂ ਕਿ ਜੇਕਰ ਅਸੀਂ ਸਹੁੰ ਖਾਂਦੇ ਹਾਂ ਤਾਂ ਸਾਡਾ ਉਸ ਨੂੰ ਪੂਰਾ ਕਰਨਾ ਫਰਜ਼ ਬਣ ਜਾਂਦਾ, ਓਬਲੀਗੇਸ਼ਨ ਬਣ ਜਾਂਦੀ ਆ, ਓਬਲੀਗੇਟਡ ਹੋ ਜਾਂਦੇ ਅਸੀਂ ਇਸ ਚੀਜ਼ ਦੇ ਲਈ। ਪਰ ਜੇਕਰ ਅਸੀਂ ਇਸ ਨੂੰ ਨਹੀਂ ਪੂਰਾ ਕਰਦੇ ਤਾਂ ਅਸੀਂ ਸਜ਼ਾ ਦੇ ਹੇਠ ਹਾਂ। ਸੋ ਪਰਮੇਸ਼ਰ ਸਾਨੂੰ ਦੰਡ ਦੇਵੇਗਾ ਜੇਕਰ ਅਸੀਂ ਪ੍ਰੋਮਿਸ ਕਰਕੇ ਉਸ ਨੂੰ ਪੂਰਾ ਨਹੀਂ ਕਰਦੇ। ਇਸ ਲਈ ਯਾਕੂਬ ਉਸ ਗੱਲ ਦੇ ਉੱਤੇ ਫਿਰ ਆਉਂਦਾ, ਯਿਸੂ ਮਸੀਹ ਦੀ ਗੱਲ ਦੇ ਉੱਤੇ, ਕਿ ਸਹੁੰ ਖਾਣ ਦੇ ਚੱਕਰ 'ਚੋਂ ਬਾਹਰ ਨਿਕਲ ਆਓ। ਅਤੇ ਜਿੱਦਾਂ ਯਿਸੂ ਮਸੀਹ ਨੇ ਕਿਹਾ ਉਸੇ ਤਰ੍ਹਾਂ ਸੇਮ ਤੁਹਾਡੀ ਹਾਂ ਦੀ ਹਾਂ ਤੇ ਤੁਹਾਡੀ ਨਾ ਦੀ ਨਾ ਹੋਵੇ। ਕਿਉਂ ਤੁਸੀਂ ਸਹੁੰ ਦੇ ਚੱਕਰ 'ਚ ਪੈਂਦੇ ਹੋ? ਸਿੰਪਲੀ ਯੈਸ, ਨੋ ਤੇ ਨੋ। ਜੇਕਰ ਆਹ ਚੀਜ਼ ਹੈ ਤਾਂ ਹੈ, ਜੇਕਰ ਨਹੀਂ ਆ ਤਾਂ ਨਹੀਂ ਆ। ਇਸ ਗੱਲ ਦੇ ਉੱਤੇ ਆ ਜੋ ਯਿਸੂ ਮਸੀਹ ਦਾ ਦਾਸ ਵੀ ਕਹਿੰਦਾ। ਸੋ ਯਿਸੂ ਮਸੀਹ ਅਤੇ ਯਿਸੂ ਮਸੀਹ ਦਾ ਭਰਾ ਯਾਕੂਬ ਇੱਕੋ ਗੱਲ ਦੇ ਉੱਤੇ ਆਉਂਦੇ ਆ। ਸੋ ਇੱਥੇ ਕਨਕਲੂਜਨ ਕੀ ਆ? ਸਹੁੰ ਖਾਣੀ ਬੁਰੀ ਨਹੀਂ ਆ। ਸਹੁੰ ਪੁਰਾਣੇ ਨੇਮ ਦੇ ਵਿੱਚ ਅਲਾਓ ਸੀਗੀ ਅਤੇ ਸਹੁੰ ਨੂੰ ਕਦੀ ਵੀ ਰੱਦ ਨਹੀਂ ਕੀਤਾ ਗਿਆ, ਕਿਉਂਕਿ ਪੁਰਾਣਾ ਨੇਮ ਨਵਾਂ ਨੇਮ ਅਲੱਗ ਨਹੀਂ ਆ। ਪਰ ਉਸ ਤੋਂ ਉੱਤਮ ਗੱਲ ਕੀ ਆ ਕਿ ਅਸੀਂ ਸਹੁੰ ਖਾਈਏ ਨਾ, ਅਸੀਂ ਹਾਂ ਦੀ ਹਾਂ ਅਤੇ ਨਾ ਦੀ ਨਾ ਕਰੀਏ। ਅੱਜ ਜੇਕਰ ਤੁਸੀਂ ਝੂਠੀਆਂ ਸਹੁੰਆਂ ਖਾ ਰਹੇ ਹੋ, ਜੇਕਰ ਤੁਸੀਂ ਆਪਣਾ ਵਾਅਦਾ ਕਰਦੇ ਹੋ ਤੇ ਉਸ ਨੂੰ ਪੂਰਾ ਨਹੀਂ ਕਰ ਪਾਉਂਦੇ, ਤਾਂ ਬਾਈਬਲ ਸਾਨੂੰ ਕੀ ਕਹਿੰਦੀ ਆ ਕਿ ਪਰਮੇਸ਼ਰ ਸਾਨੂੰ ਦੰਡ ਦੇਵੇਗਾ।
ਕਿਉਂਕਿ ਜਦੋਂ ਅਸੀਂ ਪਰਮੇਸ਼ਰ ਦੇ ਅੱਗੇ ਕੀਤੇ ਗਏ ਵਾਅਦੇ ਨੂੰ ਤੋੜਦੇ ਆ ਕਿਸੇ ਦੇ ਨਾਲ, ਪਰਮੇਸ਼ਰ ਸਾਡੇ ਸ਼ਬਦਾਂ ਦੇ ਉੱਤੇ ਧਿਆਨ ਕਰਦਾ ਆ ਅਤੇ ਉਹਨਾਂ ਸ਼ਬਦਾਂ ਦੇ ਅਨੁਸਾਰ ਪਰਮੇਸ਼ਰ ਸਾਨੂੰ ਸਜ਼ਾ ਦਿੰਦਾ ਆ, ਸਾਡਾ ਦੰਡ ਬਣਦਾ ਆ। ਅਤੇ ਦੂਸਰੀ ਗੱਲ ਕਿ ਜੇਕਰ ਅਸੀਂ ਵਾਰ-ਵਾਰ ਸਹੁੰ ਖਾ ਰਹੇ ਹਾਂ, ਅਸੀਂ ਕਦੀ ਬਾਈਬਲ ਦੀ ਖਾ ਰਹੇ, ਕਦੀ ਪਰਮੇਸ਼ਰ ਦੀ, ਕਦੀ ਲੋਕਾਂ ਦੀ, ਤਾਂ ਕਿਤੇ ਨਾ ਕਿਤੇ ਸਾਡਾ ਕਰੈਕਟਰ ਉਸ ਲਾਇਕ ਨਹੀਂ ਆ ਜਿੱਥੇ ਸਾਡੇ ਤੇ ਵਿਸ਼ਵਾਸ ਕੀਤਾ ਜਾਵੇ। ਸੋ ਅੱਜ ਸਾਨੂੰ ਆਪਣਾ ਕਰੈਕਟਰ ਉਸ ਲਾਇਕ ਬਣਾਉਣ ਦੀ ਲੋੜ ਆ ਕਿ ਜਿੱਥੇ ਹਰੇਕ ਬੰਦਾ ਸਾਡਾ ਵਿਸ਼ਵਾਸ ਕਰੇ ਕਿ ਹਾਂ ਇਹ ਸੱਚ ਬੋਲਦਾ ਪਿਆ ਆ। ਅਤੇ ਅਸੀਂ ਅੱਜ ਸਾਨੂੰ ਯਿਸੂ ਮਸੀਹ ਦੇ ਸ਼ਬਦਾਂ ਨੂੰ ਫੋਲੋ ਕਰਨ ਦੀ ਜ਼ਰੂਰਤ ਆ ਕਿ ਅਸੀਂ ਸਹੁੰ ਦੇ ਚੱਕਰਾਂ 'ਚ ਨਾ ਹਰਦਮ ਪਏ ਰਹੀਏ, ਪਰ ਸਿੰਪਲੀ ਜਦੋਂ ਅਸੀਂ ਹਾਂ ਕਹਿੰਦੇ ਆ ਤਾਂ ਉਸ ਨੂੰ ਹਾਂ ਦੇ ਵਿੱਚ ਪੂਰਾ ਕਰੀਏ। ਅਤੇ ਜੇਕਰ ਸਾਡਾ ਉਸ ਚੀਜ਼ ਦੇ ਉੱਤੇ ਕੋਈ ਰਾਏ ਨਹੀਂ ਆ, ਮਾਈਂਡ ਨਹੀਂ ਆ, ਤਾਂ ਅਸੀਂ ਇਸ ਨੂੰ ਨਾ ਦੇ ਵਿੱਚ ਬਦਲ ਦਈਏ। ਅਸੀਂ ਪ੍ਰਾਰਥਨਾ ਕਰਾਂਗੇ। ਸਰਵ ਸ਼ਕਤੀਮਾਨ ਪਿਤਾ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ, ਤੁਹਾਡੀ ਹਜ਼ੂਰੀ 'ਚ ਆਉਂਦੇ ਪ੍ਰਭੂ ਯਿਸੂ ਮਸੀਹ ਜੀ। ਪ੍ਰਭੂ ਜੀ, ਅੱਜ ਅਸੀਂ ਤੁਹਾਡੇ ਵਚਨ ਦੇ ਵਿੱਚੋਂ ਦੇਖਿਆ, ਤੁਸੀਂ ਕਿਹਾ ਕਿ ਇੱਦਾਂ ਕਿਹਾ ਗਿਆ ਸੀ ਕਿ ਤੂੰ ਸਹੁੰ ਨਾ ਖਾਣੀ, ਪਰ ਪ੍ਰਭੂ ਦੇ ਲਈ ਆਪਣੀਆਂ ਸਹੁੰਆਂ ਨੂੰ ਪੂਰਾ ਕਰਨਾ। ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਸਹੁੰ ਨਾ ਖਾਣੀ, ਤੁਹਾਡੀ ਹਾਂ ਦੀ ਹਾਂ, ਤੁਹਾਡੀ ਨਾ ਦੀ ਨਾ ਹੋਵੇ। ਪਰਮੇਸ਼ਰ, ਅਸੀਂ ਤੁਹਾਡੇ ਵਚਨ ਦੇ ਵਿੱਚੋਂ ਦੇਖਿਆ ਕਿ ਮਨੁੱਖ ਆਪਣੇ ਬਚਾਵ ਕਰਨ ਦੇ ਲਈ ਪਰਮੇਸ਼ਰ ਸਹੁੰ ਖਾਂਦਾ ਸੀਗਾ ਅਤੇ ਬੜੀ ਵਾਰੀ ਉਹ ਝੂਠੀਆਂ ਸਹੁੰਆਂ ਖਾਂਦਾ ਹੈ ਪਿਤਾ। ਪਰ ਤੁਸੀਂ ਆਪਣੇ ਵਚਨ ਦੇ ਵਿੱਚ ਇੱਕ ਸ੍ਰੇਸ਼ਟ ਮਾਰਗ ਦੱਸਿਆ ਆ। ਤੁਸੀਂ ਸ਼ਰਾਂ ਨੂੰ ਖੰਡਣ ਨਹੀਂ, ਪਰ ਉਸ ਨੂੰ ਪੂਰਾ ਕਰਨ ਲਈ ਆਏ ਅਤੇ ਤੁਸੀਂ ਕਿਹਾ ਕਿ ਤੁਹਾਡੀ ਹਾਂ ਦੀ ਹਾਂ ਤੇ ਨਾ ਦੀ ਨਾ ਹੋਵੇ। ਪਰਮੇਸ਼ਰ, ਅੱਜ ਤੁਹਾਡੇ ਲੋਕ ਪਿਤਾ ਮੇਰੇ ਪਰਮੇਸ਼ਰ ਸਹੁੰ ਤੋਂ ਉੱਪਰ ਉੱਠ ਕੇ ਪ੍ਰਭੂ ਹਾਂ ਦੀ ਹਾਂ ਤੇ ਨਾ ਦੀ ਨਾ ਦੇ ਵਿੱਚ ਆ ਜਾਣਾ। ਜੇਕਰ ਪਿਤਾ ਮੇਰੇ ਪਰਮੇਸ਼ਰ ਉਹ ਤੁਹਾਡੇ ਵਚਨ ਦੇ ਅਨੁਸਾਰ ਕੁਝ ਕਹਿੰਦੇ ਆ ਤਾਂ ਉਹ ਹਾਂ ਦੇ ਵਿੱਚ ਕਹਿਣਾ ਤੇ ਨਾ ਦੇ ਵਿੱਚ ਕਹਿਣਾ। ਉਹ ਝੂਠ ਦੀ ਆਤਮਾ 'ਚੋਂ ਬਾਹਰ ਨਿਕਲ ਆਉਣ, ਉਹ ਝੂਠੇਪਨ ਦੇ ਵਿੱਚੋਂ ਬਾਹਰ ਨਿਕਲ ਆਉਣ, ਕਿਉਂਕਿ ਪ੍ਰਭੂ ਤੂੰ ਝੂਠ ਨੂੰ ਘਿਣ ਕਰਦਾ, ਇਸ ਲਈ ਤੁਸੀਂ ਕਿਹਾ ਕਿ ਤੁਹਾਡੀ ਹਾਂ ਦੀ ਹਾਂ ਤੇ ਨਾ ਦੀ ਨਾ ਹੋਵੇ। ਪ੍ਰਭੂ, ਝੂਠੀਆਂ ਸਹੁੰਆਂ ਬਣਾਉਣੀਆਂ ਖਾਣੀਆਂ ਬੰਦ ਕਰਨ ਪਿਤਾ, ਅਤੇ ਤੁਹਾਡੇ ਨਾਮ ਨੂੰ ਮਹਿਮਾ ਦੇਣਾ ਅਤੇ ਤੁਹਾਡੇ ਵਚਨਾਂ ਦੇ ਅਨੁਸਾਰ ਚੱਲ ਸਕਣ, ਤਾਂ ਜੋ ਸਜ਼ਾ ਦੇ ਹੇਠ ਨਾ ਆਉਣ। ਕਿਉਂ ਜੋ ਪ੍ਰਭੂ ਤੁਹਾਡਾ ਵਚਨ ਦੱਸਦਾ ਆ ਕਿ ਸਾਡੇ ਸ਼ਬਦ ਤੁਹਾਡੀ ਨਜ਼ਰ ਦੇ ਵਿੱਚ ਬਹੁਤ ਮੁੱਲ ਆ। ਤੁਸੀਂ ਸਾਡੇ ਸ਼ਬਦਾਂ ਦੇ ਉੱਤੇ ਧਿਆਨ ਕਰਦੇ ਹੋ ਅਤੇ ਤੁਹਾਡਾ ਵਚਨ ਕਹਿੰਦਾ ਕਿ ਮਨੁੱਖ ਜੋ ਕੁਝ ਵੀ ਬੋਲੇਗਾ, ਕਰੇਗਾ, ਸੋਚੇਗਾ, ਉਸ ਦੇ ਅਨੁਸਾਰ ਉਸ ਦਾ ਨਿਆਂ ਕੀਤਾ ਜਾਵੇਗਾ। ਪ੍ਰਭੂ, ਅੱਜ ਸਾਨੂੰ ਅਨੁਗ੍ਰਹਿ ਦੇ ਕਿ ਅਸੀਂ ਝੂਠੇ ਸ਼ਬਦ ਆਪਣੇ ਮੂੰਹ 'ਚੋਂ ਨਾ ਬੋਲੀਏ, ਅਸੀਂ ਝੂਠੀਆਂ ਸਹੁੰਆਂ ਨਾ ਖਾਈਏ, ਪਰ ਅਸੀਂ ਜਿਸ ਤਰ੍ਹਾਂ ਤੁਹਾਡਾ ਵਚਨ ਸਿਖਾਉਂਦਾ ਆ, ਸਾਡੀ ਹਾਂ ਦੀ ਹਾਂ ਅਤੇ ਨਾ ਦੀ ਨਾ ਹੋਵੇ। ਅਸੀਂ ਜੋ ਯੈਸ ਦੇ ਵਿੱਚ ਕਹਿਣਾ ਹੈ ਸੋ ਯੈਸ ਵਿੱਚ ਕਹਿ ਸਕੀਏ ਅਤੇ ਜੋ ਨੋ ਦੇ ਵਿੱਚ ਕਹਿਣਾ ਹੈ ਸੋ ਨੋ ਦੇ ਵਿੱਚ ਕਹਿ ਸਕੀਏ, ਤਾਂ ਜੋ ਅਸੀਂ ਤੁਹਾਡੇ ਵਚਨਾਂ ਦੇ ਅਨੁਸਾਰ ਚੱਲ ਕੇ ਤੁਹਾਡੇ ਨਾਮ ਨੂੰ ਮਹਿਮਾ ਦੇ ਸਕੀਏ। ਅਸੀਂ ਇੱਕ ਉਹ ਵਿਸ਼ਵਾਸੀ, ਇੱਕ ਉਹ ਮਸੀਹੀ ਬਣ ਸਕੀਏ ਜਿਸ ਦੇ ਉੱਤੇ ਹਰ ਇੱਕ ਵਿਅਕਤੀ ਭਰੋਸਾ ਕਰ ਸਕੇ ਕਿ ਹਾਂ, ਇਹ ਵਿਅਕਤੀ ਜਦੋਂ ਕੁਝ ਬੋਲ ਰਿਹਾ ਆ ਤਾਂ ਇਹ ਸਹੀ ਬੋਲ ਰਿਹਾ ਹੈ, ਕਦੀ ਝੂਠ ਨਹੀਂ ਬੋਲਦਾ, ਇਹ ਕਦੀ ਝੂਠਾ ਪ੍ਰੋਮਿਸ ਨਹੀਂ ਕਰਦਾ, ਇਹ ਕਦੀ ਝੂਠੀ ਸਹੁੰ ਨਹੀਂ ਖਾਂਦਾ। ਪ੍ਰਭੂ, ਸਾਨੂੰ ਇੱਦਾਂ ਦਾ ਕਰੈਕਟਰ ਦੇ ਅਤੇ ਪ੍ਰਭੂ ਅੱਜ ਅਸੀਂ ਫੈਸਲਾ ਲੈਂਦੇ ਹਾਂ ਕਿ ਅਸੀਂ ਹਾਂ ਦੀ ਹਾਂ ਤੇ ਨਾ ਦੀ ਨਾ ਕਰਾਂਗੇ। ਅਸੀਂ ਝੂਠੀਆਂ ਸਹੁੰਆਂ ਨਹੀਂ ਖਾਵਾਂਗੇ, ਅਸੀਂ ਫਾਲਸਲੀ ਸਹੁੰਆਂ ਨਹੀਂ ਖਾਵਾਂਗੇ ਅਤੇ ਅਸੀਂ ਹਾਂ ਦੀ ਹਾਂ ਤੇ ਨਾ ਦੀ ਨਾ ਕਰਾਂਗੇ ਅਤੇ ਆਪਣੇ ਜੀਵਨ ਦੇ ਦੁਆਰਾ, ਆਪਣੇ ਸ਼ਬਦਾਂ ਦੇ ਦੁਆਰਾ ਤੁਹਾਡੇ ਨਾਮ ਨੂੰ ਮਹਿਮਾ ਦੇਵਾਂਗੇ। ਇਸ ਪ੍ਰਾਰਥਨਾ ਨੂੰ ਪ੍ਰਭੂ ਯਿਸੂ ਮਸੀਹ ਦਾ ਨਾਮ ਲੈ ਕੇ ਮੰਗਦੇ ਹਾਂ, ਆਮੀਨ। ਹਾਲੇਲੂਇਆ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਅਤੇ ਜੇਕਰ ਇਸ ਬਾਈਬਲ ਸਟੱਡੀ ਦੇ ਦੁਆਰਾ ਤੁਸੀਂ ਆਸ਼ੀਸ਼ਿਤ ਹੋ ਰਹੇ ਹੋ, ਬਰਕਤ ਪਾ ਰਹੇ ਹੋ, ਤਾਂ ਪਲੀਜ਼ ਇਸ ਨੂੰ ਆਪਣੇ ਤੱਕ ਸੀਮਿਤ ਨਾ ਰੱਖੋ, ਇਹਨੂੰ ਦੂਸਰਿਆਂ ਤਾਈਂ ਵੀ ਸ਼ੇਅਰ ਕਰੋ। ਸੋ ਪ੍ਰਭੂ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ, ਆਮੀਨ।